न आवे नेड़े, आवे नेड़े ना, जम जंदार न आवे नेड़े, जम जंदार न आवे नेड़े, वंदना हर वंदना गुण गावो गोपाल राए, वंदना हर वंदना गुण गावो गोपाल राए, गुण गावो गोपाल राय, गोपाल राए, गुण गावो गोपाल राय, वंदना हर वंदना गुण गावो गोपाल राए, वंदना हर वंदना गुण गावो गोपाल राए। कृष्ण अगन प्रभ आप बुझाई, आप बुझाए, आप बुझाए, आप बुझाए, कृष्ण अगन प्रभ आप बुझाए, आप बुझाए, आप बुझाए, आप बुझाए, नानक युद्ध जय प्रभ शरणाई, प्रभ शरणाई, प्रभ शरणाई, प्रभ शरणाई, कृष्ण अगन प्रभ आप बुझाई, आप बुझाई, आप बुझाई, आप बुझाई, नानक युद्ध रे प्रभ शरणाई, प्रभ शरणाई, प्रभ शरणाई, प्रभ शरणाई, नानक युद्ध रे प्रभ शरणाई, प्रभ शरणाई, नानक युद्ध रे प्रभ शरणाई, नानक युद्ध रे प्रभ शरणाई, वंदना हर वंदना गुण गावो गोपाल राए, वंदना हर वंदना गुण गावो गोपाल राए, गुण गावो गोपाल राय, गुण गावो गोपाल राय, वंदना हर वंदना गुण गावो गोपाल राए, वंदना हर वंदना गुण गावो गोपाल राए, वंदना हर वंदना गुण गावो गोपाल राए, गुण गावो गोपाल राए, गुण गावो गोपाल राय। तेग बहादुर सिमरे, तेग बहादुर सिमरे, करनो निध आवे ताए, सब धाई होए सहाय, एक बहादुर सिमरे, एक बहादुर सिमरे, करनो निध आवे ताए, सब थाए हुए सहाय, एक बहादुर सिमरे, एक बहादुर सिमरे। बड़े वड्डे वड्डा पार तेरा मर्तबा,
ਰੰਗ ਪ੍ਰੰਗ ਅਨੇਕ ਜਪਨ ਕਰਤਵਾ ਕਰਤਵਾ ਜੀ ਆਂਦਰ ਜੀ ਸਭ ਜਾਣ ਲਾ ਸਭ ਕੁਛ ਤੇਰੇ ਬਸ ਤੇਰਾ ਤੇਰੇ ਕਰ ਆਨੰਦ ਵਧਾਈ ਤੋਤ ਕਰ ਕਰ ਮਨ ਮਾਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸੇ ਜਤ ਕਥਾ ਨਾਨਕ ਦਾਸ ਸੁਨਦਾਸ ਤਦੇ ਆਗੇ ਬਿਨ ਬਤਾ ਬਿਨ ਬਤਾ ਬਿਨ ਬਤਾ ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੇ ਜਾਣ ਲਾ ਸਭ ਕਿਸ ਤੇਰੇ ਵਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਏ ਤੁਧ ਘਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਬੰਦਨ ਪਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ
ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਮ ਦਮ ਨੇਮ ਵਿਰਾਗ ਯਮ ਕਰੁਣਾ ਸਤ ਸੰਤੋਖ। ਸਤ ਗੁਰ ਕੀ ਪ੍ਰਸਾਦ ਤੇ ਹੋਵੇ ਮਨ ਮਾਲੀ ਪੋਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਐਸੇ ਦੀਨ ਦਿਆਲ ਸਤਿਗੁਰੂ ਭਗਤ ਵਛਲ ਸਤਿਗੁਰੂ ਮਿਹਰਬਾਨ ਸਤਿਗੁਰੂ ਜਗਤ ਸਾਈਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਦਰਬਾਰ ਅੰਦਰ ਜੁੜ ਕੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਤਿਗੁਰਾਂ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਹਨ। 3 ਸਾਲ ਸੇਵਾ ਕਰਦਿਆਂ ਬੀਤ ਗਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਆਗਿਆ ਦਿੱਤੀ, ਆਖਿਆ ਜਾਓ ਪੁਰਖਾ ਘਰ ਜਾ ਕੇ ਪਰਿਵਾਰ ਨੂੰ ਮਿਲਾਓ। ਮਨ ਨਹੀਂ ਸੀ ਕਰਦਾ ਜਾਣ ਨੂੰ, ਪਰ ਗੁਰੂ ਪਾਤਸ਼ਾਹ ਦਾ ਹੁਕਮ ਮੰਨਦਿਆਂ ਭਾਈ ਲਹਿਣਾ ਜੀ ਖਡੂਰ ਸਾਹਿਬ ਗਏ। ਪਰਿਵਾਰ ਨੂੰ ਮਿਲੇ। ਨਗਰ ਦੇ ਨਿਵਾਸੀ ਜੋ ਸਤਿਗੁਰਾਂ ਦੇ ਮਿੱਤਰ ਨੇ, ਸਨੇਹੀ ਨੇ, ਸੰਬੰਧੀ ਨੇ ਆਣ ਮਿਲੇ ਹਨ, ਜਿਨ੍ਹਾਂ 'ਚ ਇੱਕ ਬਹੁਤ ਹੀ ਸੱਜਣ ਪੁਰਸ਼ ਚੌਧਰੀ ਤਖਤ ਮੱਲ ਜੀ ਗੁਰੂ ਚਰਨਾਂ 'ਚ ਆਏ। ਭਾਈ ਲਹਿਣਾ ਜੀ ਨੂੰ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਪੁੱਛਿਆ, ਚੌਧਰੀ ਜੀ ਤੁਸੀਂ ਵੱਡੇ ਹੋ, ਤੁਸੀਂ ਨਮਸਕਾਰ ਕਿਉਂ ਕਰਦੇ ਹੋ? ਕਹਿਣ ਲੱਗੇ, ਮਹਾਰਾਜ ਤੁਸੀਂ ਮਹਾਂਪੁਰਖਾਂ ਦੀ ਸੰਗਤ ਕਰਕੇ ਆਏ ਹੋ,
ਉਹਨਾਂ ਦੀ ਸੰਗਤ ਕਰਕੇ ਉਹਨਾਂ ਜਿਹੇ ਹੋ ਗਏ ਉਹ ਤਾਂ ਮੈਂ ਤੁਹਾਨੂੰ ਪ੍ਰਣਾਮ ਕੀਤੀ। ਸਤਿਗੁਰ ਆਖਿਆ, ਚੌਧਰੀ ਤਖਤ ਮੱਲ ਜੀ ਤੁਸੀਂ ਧੰਨ ਹੋ ਕਿ ਤੁਹਾਡੇ ਅੰਦਰ ਵਿਨਿਮਰਤਾ ਹੈ ਕਿ ਵਡਿਆਈ ਪ੍ਰਾਪਤ ਕਰਕੇ ਝੁਕ ਜਾਣਾ ਇਹ ਉੱਤਮ ਪੁਰਸ਼ਾਂ ਦੀ ਨਿਸ਼ਾਨੀ। ਅਕਸਰ ਸੰਸਾਰ ਵਿੱਚ ਕਿਸੇ ਨੂੰ ਪ੍ਰਭਤਾ ਵਡਿਆਈ ਮਿਲੇ ਉਹ ਹੰਕਾਰ ਵਿੱਚ ਆ ਜਾਂਦੇ ਨੇ, ਪਰ ਪ੍ਰਭਤਾ ਤੇ ਵਡਿਆਈ ਮਿਲ ਕੇ ਕੋਈ ਨਿਵ ਜਾਏ, ਨਿਮਰਤਾ ਵਿੱਚ ਆ ਜਾਵੇ, ਝੁਕ ਜਾਵੇ, ਉਹ ਉੱਤਮ ਪੁਰਸ਼ ਨੇ। ਉਸ ਵਕਤ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸ਼ਬਦ ਭਾਈ ਲਹਿਣਾ ਜੀ ਨੇ ਉਚਾਰਨ ਕੀਤਾ, ਜਿਨ ਕੋ ਭਾਂਡਾ ਪਾਓ ਤਿਨਾ ਸਵਾਰ ਸੀ। ਇਹ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੇ ਕੱਲ ਦੇ ਪ੍ਰਸੰਗ 'ਚ ਸਰਵਣ ਕੀਤੀ। ਕੁਝ ਦਿਨ ਖਡੂਰ ਸਾਹਿਬ ਰਹਿ ਕੇ ਭਾਈ ਲਹਿਣਾ ਜੀ ਵਾਪਸ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆ ਗਏ ਨੇ। ਸਤਿਗੁਰਾਂ ਦੀ ਸੇਵਾ ਵਿੱਚ ਹਨ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਮ ਦਮ ਨੇਮ ਵਿਰਾਗ ਯਮ। ਦੋਹਰਾ ਉਚਾਰਦੇ ਨੇ, ਮੰਗਲ ਕਰਦੇ ਨੇ। ਸਮਦਮ ਨੇਮ ਵਿਰਾਗ ਯਮ ਕਰਨਾ ਸਤ ਸੰਤੋਖ। ਸਮ ਮਨ ਦੀਆਂ ਬਿਰਤੀਆਂ ਰੋਕਣੀਆਂ, ਦਮ ਇੰਦਰੀਆਂ ਨੂੰ ਕਾਬੂ ਕਰਨਾ, ਨੇਮ ਨਿਯਮ ਰੱਖਣੇ, ਪਾਲਣਾ ਕਰਨੀ, ਵਿਰਾਗ। ਇਸੇ ਤਰ੍ਹਾਂ ਵਿਕਾਰਾਂ ਦੇ ਉੱਤੇ ਬ੍ਰਹਮਚਰਿਆ ਆਦਿਕ ਦੀ ਪਾਲਣਾ ਕਰਨੀ, ਮਨ 'ਚ ਕਰੁਣਾ ਦਾ ਭਾਵ ਰੱਖਣਾ, ਸੱਤ ਬੋਲਣਾ ਤੇ ਸੰਤੋਖ ਦੇ ਸਹਿਤ ਹੋਣਾ। ਇਹ 8 ਗੁਣ ਦੱਸੇ ਨੇ। ਹਾਂਜੀ। ਸਤਿਗੁਰ ਕੇ ਪ੍ਰਸਾਦ ਤੇ ਹੋਏ ਮਨ ਮਾਲੀ ਪੋਖ। ਇਹ ਜਿਹੜੇ 8 ਗੁਣ ਨੇ, ਹੇ ਮੇਰਿਆ ਮਨਾ ਤੂੰ ਮਾਲੀ ਬਣ ਕੇ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਦੁਆਰਾ ਇਹਨਾਂ 8 ਗੁਣਾਂ ਦੇ ਬਗੀਚੇ ਨੂੰ ਪਾਲਣਾ ਕਰ। ਮਾਲੀ ਬਣ ਜਾ ਔਰ ਮਾਲੀ ਬਣ ਕੇ ਇਹਨਾਂ ਗੁਣਾਂ ਦੀ ਪਾਲਣਾ ਕਰ। ਤੇ ਇਹਨਾਂ ਗੁਣਾਂ ਦੀ ਪਾਲਣਾ ਵਾਸਤੇ ਤੈਨੂੰ ਚਾਹੀਦੀ ਹੈ ਗੁਰੂ ਦੀ ਕਿਰਪਾ। ਗੁਰੂ ਨਾਨਕ ਸਾਹਿਬ ਦੇ ਪ੍ਰਸਾਦ ਨਾਲ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਹ ਆਪਣੇ ਅੰਦਰ ਦੇ ਨਾ ਸ਼ੁਭ ਗੁਣਾਂ ਦੀ ਪਾਲਣਾ ਕਰ। ਚੋਪਈ ਸ਼੍ਰੀ ਗੁਰ ਕਿਰਖੀ ਕਾਜ ਕਰਾਵੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਖੇਤੀ ਦੀ ਕਾਰ ਕਰਾਉਂਦੇ ਹਨ। ਅਨੇਕ ਸਿੱਖ ਮਿਲ ਕਾਰ ਕਮਾਵੇ। ਅਨੇਕਾਂ ਸਿੱਖ ਸੇਵਕ ਮਿਲ ਕੇ ਸਤਿਗੁਰਾਂ ਦੇ ਖੇਤਾਂ 'ਚ ਸੇਵਾ ਕਰਦੇ ਹਨ। ਹੋਵੇ ਅੰਨ ਅਤੋਟ ਕਿਦਾਰਾ। ਗੁਰੂ ਨਾਨਕ ਸਾਹਿਬ ਦੇ ਖੇਤਾਂ ਦੇ ਵਿੱਚ ਬੇਅੰਤੀ ਅੰਨ ਧਨ ਹੁੰਦਾ ਹੈ, ਅੰਨ ਦਾ ਟੋਟਾ ਨਹੀਂ ਆਉਂਦਾ। ਖਲਵਾਰੇ ਬੋ ਲਗੇ ਅਪਾਰਾ। ਜਦੋਂ ਫਸਲ ਪੱਕਦੀ ਹੈ, ਫਸਲ ਨੂੰ ਗਾਹਣ ਪਾ ਕੇ ਖਲਵਾਰੇ ਜਿਹੜੇ ਨੇ ਉਹ ਕੱਢਦੇ ਹਨ। ਦਰਲੋਂ ਕੋਟੇ ਭਰ ਕਰ ਸਾਰੇ। ਔਰ ਕੋਠਿਆਂ ਦੇ ਵਿੱਚ ਉਹ ਅੰਨ ਜਿਹੜਾ ਕਣਕ ਧਾਨ ਆਦਿਕ ਕੋਠਿਆਂ ਦੇ ਵਿੱਚ ਦਰਵਾਜ਼ਿਆਂ ਤੱਕ ਭਰ ਕੇ ਰੱਖਿਆ ਜਾਂਦਾ ਹੈ। ਦੀਗ ਚਲਾਵੇਂ ਸਦਾ ਉਦਾਰੇ। ਔਰ ਉਸ ਅੰਨ ਦਾ ਲੰਗਰ ਚੱਲਦਾ। ਉਦਾਰ ਹਿਰਦੇ ਦੇ ਨਾਲ ਸਤਿਗੁਰਾਂ ਦੇ ਲੰਗਰ ਚੱਲਦੇ ਨੇ। 8 ਪਹਿਰ ਗੁਰੂ ਕੇ ਲੰਗਰਾਂ ਵਿੱਚ ਲੰਗਰ ਵਰਤਦੇ ਹਨ। ਦੀਨ ਲਗੇ ਹੋਵਤ ਪੁਨ ਸਾਰਾ। ਸਵੇਰੇ ਦਿਨ ਚੜ੍ਹਦਿਆਂ ਤੋਂ ਹੀ ਲੰਗਰ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦੇ ਲੰਗਰਾਂ ਵਿੱਚ ਵਰਤਣਾ ਸ਼ੁਰੂ ਹੋ ਜਾਂਦਾ ਹੈ। ਜਾਮ ਨਿਸਾਲੋ ਅਖੁੱਟ ਆਹਾਰਾ। ਸਵੇਰੇ ਦਿਨ ਚੜ੍ਹਦੇ ਤੋਂ ਲੰਗਰ ਆਰੰਭ ਹੋ ਕੇ ਰਾਤ ਦੇ ਪਹਿਲੇ ਪਹਿਰ ਤੱਕ, ਜਦੋਂ ਤੱਕ ਰਾਤ ਦਾ ਪਹਿਲਾ ਪਹਿਰ ਨਹੀਂ ਬੀਤ ਜਾਂਦਾ, ਲਗਾਤਾਰ ਨਿਰੰਤਰ ਗੁਰੂ ਕੇ ਲੰਗਰਾਂ ਵਿੱਚ ਲੰਗਰ ਵਰਤਦਾ ਰਹਿੰਦਾ ਹੈ। ਦੂਰ ਦੇਸ਼ ਤੇ ਨਰ ਮਿਲ ਬ੍ਰਿੰਦਾ। ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਅਨੇਕਾਂ ਪ੍ਰਾਣੀ ਸੰਗੀ ਮਿਲ ਕੇ ਆਉਂਦੇ ਹਨ। ਆਵੇਂ ਦਰਸ ਕਰੇ ਸੁਖ ਕੰਦਾ। ਆ ਕੇ ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ। ਬ੍ਰਹਮਚਾਰੀ
ਜੇ ਬੈਰਾਗੀ ਗਿਆਨੀ ਬੜੇ ਬੜੇ ਬ੍ਰਹਮਚਾਰੀ ਵਿਰਾਗੀ ਤਤਵ ਗਿਆਨੀ ਜਿਹੜੇ ਹਨ, ਤਪੀ ਅਤੀਤ ਦਿਗੰਬਰ ਧਿਆਨੀ ਵੱਡੇ ਵੱਡੇ ਤਪਸਵੀ ਅਤੀਤ ਦਿਗੰਬਰ ਕਈ ਮਤਾਂ ਮਤਾਂਤਰਾਂ ਦੇ ਵੱਖੋ ਵੱਖਰੇ ਭੇਖਾਂ ਦੇ ਜਿਹੜੇ ਸਾਧੂ ਮਹਾਤਮਾ ਹਨ, ਜੋਗੀ ਪੰਡਿਤ ਬਹੁ ਸੰਨਿਆਸੀ ਜੋਗੀ ਪੰਡਤ ਤੇ ਸੰਨਿਆਸੀ, ਹਿੰਦੂ ਤੁਰਕ ਆਵੇਂ ਗੁਰ ਪਾਸੀ ਚਾਹੇ ਹਿੰਦੂ ਨੇ ਤੇ ਚਾਹੇ ਮੁਸਲਮਾਨ ਨੇ, ਇਹ ਸਭ ਗੁਰੂ ਨਾਨਕ ਸਾਹਿਬ ਦੇ ਪਾਸ ਚੱਲ ਕੇ ਆਉਂਦੇ। ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਸਾਰੇ ਹੀ ਚੱਲ ਕੇ ਆਉਂਦੇ ਹਨ। ਰਾਏ ਰੰਕ ਜੋ ਤਾਰਿਆ ਬਿਲਾਖਾ ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਭਿਖਾਰੀ ਹੈ, ਜਿਹੜੀ ਜਿਹੜੀ ਅਬਲਾਖਾ ਆਪਣੇ ਮਨ 'ਚ ਧਾਰਨ ਕਰਕੇ ਆਉਂਦੇ ਹਨ, ਦਰਸ਼ਨ ਕਰੇ ਸੋ ਪੂਰੇ ਕਾਂਖਾ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਤਿਨਾਂ ਦੀਆਂ ਕਾਮਨਾਵਾਂ ਦੀ ਪੂਰਤੀ ਹੋ ਜਾਂਦੀ ਹੈ। ਜੋ ਜੋ ਕਾਮਨਾ ਧਾਰ ਕੇ ਆਉਂਦੇ ਹਨ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਕਾਮਨਾ ਦੀ ਪੂਰਤੀ ਹੁੰਦੀ ਹੈ। ਦੇਹ ਉਪਾਇਨ ਲਹੇ ਸੁਨਾਈ ਅਨੇਕ ਪ੍ਰਕਾਰ ਦੀਆਂ ਭਟਾਵਾਂ ਸਤਿਗੁਰੂ ਜੀ ਦੇ ਚਰਨਾਂ 'ਚ ਆ ਕੇ ਅਰਪਦੇ ਹਨ। ਕੀਰਤ ਪਸਰੀ ਸਭ ਭਵ ਮਾਈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੀਆਂ ਭਟਾਵਾਂ ਆਉਂਦੀਆਂ ਨੇ ਬਹੁਤੀਆਂ ਗ੍ਰਹਿਣ ਨਹੀਂ ਕਰਦੇ, ਉਹ ਵੀ ਅੱਗੇ ਦਾਨ ਵਜੋਂ ਵੰਡ ਦਿੰਦੇ ਹਨ। ਪਾਤਸ਼ਾਹ ਜੀ ਦੀ ਕੀਰਤੀ ਸਤਿਗੁਰਾਂ ਦੀ ਉਪਮਾ ਚਾਰਾਂ ਦਿਸ਼ਾਵਾਂ ਦੇ ਵਿੱਚ ਪਸਰ ਰਹੀ ਹੈ। ਫਿਰੇ ਕਿ ਪਾਤ ਮਰਾਲਨ ਭੂਲੀ ਕਹਿੰਦੇ ਜਿਵੇਂ ਕਿਤੇ ਹੰਸਾਂ ਦੀ ਡਾਰ ਭੁੱਲੀ ਫਿਰਦੀ ਹੋਵੇ, ਆਕਾਸ਼ ਵਿੱਚ ਸੱਜਿਓਂ ਖੱਬੇ ਖੱਬਿਓਂ ਸੱਜੇ, ਕਦੇ ਉੱਤਰੋਂ ਭੁੱਲੇ ਹੋਏ ਸੱਜੇ ਖੱਬੇ ਭੱਜੀ ਜਾਣ ਹੰਸਾਂ ਦੀ ਡਾਰ। ਕਹਿੰਦੇ ਏਦਾਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਚਾਰੇ ਪਾਸੇ ਫੈਲੀ ਹੋਈ ਹੈ, ਕਦੇ ਸੱਜੇ ਕਦੇ ਖੱਬੇ, ਕਦੇ ਉੱਤਰ ਕਦੇ ਪੂਰਬ ਕਦੇ ਪੱਛਮ, ਚਾਰਾਂ ਦਿਸ਼ਾਵਾਂ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਹੋ ਰਹੀਆਂ ਨੇ। ਘਰ ਘਰ ਬਾਬਾ ਗਾਵੀਐ ਵੱਜਣ ਤਾਲ ਮਿਰਦਾਂਗਰ ਬਾਬਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਜਸ ਹੋ ਰਿਹਾ ਹੈ। ਸਭ ਜਗ ਕਿਦੋਂ ਚੰਬੇਲੀ ਫੂਲੀ ਜਾਂ ਇਸ ਤਰ੍ਹਾਂ ਕਹਿ ਲਈਏ ਵੀ ਗੁਰੂ ਸਾਹਿਬ ਦੇ ਜਸ ਦਾ ਚਮੇਲੀ ਦਾ ਜਿਹੜਾ ਬਗੀਚਾ ਉਹ ਖਿੜਿਆ ਸਾਰੇ ਪਾਸੇ। ਜਿਵੇਂ ਚਮੇਲੀ ਫੁੱਲੀ ਹੋਵੇ, ਇਉਂ ਸਤਿਗੁਰਾਂ ਦੀ ਸੋਭਾ ਚਾਰੇ ਪਾਸੇ ਫੈਲ ਰਹੀ ਹੈ। ਚੰਦ ਚੰਦਰਿਕਾ ਘਰ ਘਰ ਛਾਈ ਜਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਪੁੰਨਿਆਂ ਦੀ ਰਾਤ ਨੂੰ ਚੰਦਰਮਾ ਦੀ ਚਾਨਣੀ ਘਰ ਘਰ ਪਹੁੰਚਦੀ ਹੈ, ਇਉਂ ਗੁਰੂ ਨਾਨਕ ਸਾਹਿਬ ਦੀ ਕੀਰਤੀ ਘਰ ਘਰ ਚ ਪਸਰ ਰਹੀ ਹੈ। ਜੈ ਕੈ ਪਾਰ ਨ ਪਾਇਓ ਜਾਈ ਕਹਿੰਦੇ ਪਾਰਾਵਾਰ ਨਹੀਂ ਪਾਇਆ ਜਾਂਦਾ, ਸਤਿਗੁਰਾਂ ਦੀ ਕੀਰਤੀ ਦਾ ਹਰ ਪਾਸੇ ਪਸਰ ਰਹੀ ਹੈ। ਸੁਨ ਕੈ ਸੁਜਸ ਹੋਤ ਮਨ ਚਾਉ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਸੁਣ ਕੇ ਮਨ 'ਚ ਚਾਅ ਪੈਦਾ ਹੁੰਦਾ ਹੈ। ਅਨੇਕਾਂ ਜਗਿਆਸੂਆਂ ਦੇ ਹਿਰਦਿਆਂ ਵਿੱਚ ਆਏ ਬਿਲੋ ਕੈ ਧਰ ਕਰ ਪਾਉ ਉਹ ਜਗਿਆਸੂ ਮਨ 'ਚ ਭਾਵਨਾ ਧਾਰਨ ਕਰਕੇ ਬੜੇ ਪਿਆਰ ਸਹਿਤ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਨ। ਦੂਰ ਹੋਤੇ ਸਭ ਬਦ ਬਦ ਟੋਲਾ ਜਿਹੜੇ ਦੂਰ ਦਰੇਡੇ ਨੇ ਉਹ ਟੋਲੇ ਬੱਧ ਬੰਨ ਕੇ ਆਉਂਦੇ ਹਨ। ਸੰਗਤੀ ਰੂਪ ਦੇ ਵਿੱਚ ਕਿਤੇ 50 ਕਿਤੇ 100 ਜਣੇ ਇਕੱਠੇ ਹੋ ਕੇ ਆਉਂਦੇ ਨੇ। ਹੋਏ ਸਮੀਪ ਸੁਖ ਲਹੇ ਅਮੋਲਾ ਔਰ ਜਿਹੜੇ ਨੇੜੇ ਨੇ ਉਹ ਤਾਂ ਨੇੜਿਓਂ ਹੀ ਚੱਲ ਕੇ ਰੋਜ਼ਾਨਾ ਨਗਰਾਂ ਵਿੱਚੋਂ ਪਹੁੰਚ ਕੇ ਹਾਜ਼ਰੀਆਂ ਭਰ ਲੈਂਦੇ ਹਨ। ਸ਼੍ਰੀ ਨਾਨਕ ਸਾਰੀਆਂ ਥਾਵਾਂ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਦਾ ਨਾਦ ਗੂੰਜ ਰਿਹਾ ਹੈ। ਉਪਮਾ ਕੇ ਜੁਤ ਸਰਬ ਉਚਾਰੇ ਸਭ ਵਡਿਆਈ ਸਹਿਤ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦੇ ਨੇ। ਉਪਮਾ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਵਡਿਆਈਆਂ ਕਰਦੇ ਹਨ। ਇੱਕ ਸਮੇਂ ਸੰਗਤ ਬੋ ਆਈ ਇਸੇ ਤਰ੍ਹਾਂ ਸਮਾਂ ਬੀਤਿਆ ਖਾਲਸਾ ਜੀ, ਇੱਕ ਸਮੇਂ ਬਹੁਤ ਜ਼ਿਆਦਾ ਸੰਗਤ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਕੱਤਰ ਹੋਈ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਈ ਹੋਈ ਹੈ। ਚੌਂ ਦਿਸ਼ ਤੇ ਕਛ ਗਨੀ ਨਾ ਜਾਈ ਕਹਿੰਦੇ ਗਿਣਤੀ ਮਿਣਤੀ ਨਹੀਂ ਹੁੰਦੀ ਵੀ ਕਿੰਨੀ ਕੁ ਸੰਗਤ ਆਈ, ਚਾਰਾਂ ਦਿਸ਼ਾਵਾਂ ਚੋਂ ਸੰਗਤ ਆਈ ਹੋਈ ਹੈ। ਕਈ ਹਜ਼ਾਰ ਨਗਰ ਕਰਤਾਰਾ ਕਹਿੰਦੇ
ਕਈ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਕਰਤਾਰਪੁਰ ਸਾਹਿਬ ਬੜਾ ਵੱਡਾ ਜੋੜ ਮੇਲਾ ਲੱਗਾ ਹੋਇਆ ਹੈ। ਮਾਨਵ ਮਿਲੇ ਨ ਪਾਇਤ ਪਾਰਾ। ਕਿੰਨੇ ਕੁ ਲੋਕ ਮਿਲ ਕੇ ਆਏ ਨੇ ਕਿ ਉਹਨਾਂ ਦਾ ਪਾਰਾਵਾਰ ਨਹੀਂ ਪੈਂਦਾ। ਤਰੇ ਕਾਮਨਾ ਦਰਸ਼ਨ ਕਰਹੀ। ਮਨ 'ਚ ਕਾਮਨਾ ਧਾਰਨ ਕਰਕੇ ਦੀਨ ਦਿਆਲ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਨ ਬਿਨ ਸੰਸੇ ਮਨ ਬਾਚਿਤ ਪੁਰਈ। ਔਰ ਬਿਨਾਂ ਸੰਦੇਹ ਉਹਨਾਂ ਦੇ ਮਨ ਬਾਂਛਤ ਫਲ ਉਹਨਾਂ ਨੂੰ ਗੁਰੂ ਚਰਨਾਂ ਚੋਂ ਪ੍ਰਾਪਤ ਹੁੰਦੇ ਹਨ। ਜੋ ਜੋ ਕਾਮਨਾ ਧਾਰ ਕੇ ਆਉਂਦੇ ਨੇ ਉਹ ਕਾਮਨਾ ਗੁਰੂ ਚਰਨਾਂ ਚੋਂ ਪ੍ਰਾਪਤ ਹੁੰਦੀ ਹੈ। ਕਈ ਵਿਪਾਵਰ ਕੀਨ ਬਸੇਰਾ। ਕਈ ਰਾਤਾਂ ਕਈ ਸਿੱਖ ਰਹਿ ਕੇ ਜਾਂਦੇ ਮਹਾਰਾਜ ਜੀ ਦੇ ਨਗਰ ਵਿੱਚ। ਪੁਰ ਕੇ ਚੌਂਦਿਸ਼ ਪਸਰਿਓ ਡੇਰਾ। ਕਰਤਾਰਪੁਰ ਸਾਹਿਬ ਦੇ ਚਾਰੇ ਪਾਸੇ ਸੰਗਤਾਂ ਦੇ ਡੇਰੇ ਲੱਗੇ ਹੋਏ ਨੇ। ਉਹਨਾਂ ਦਿਨਾਂ 'ਚ ਸਰਾਵਾਂ ਵਗੈਰਾ ਨਹੀਂ ਸਨ ਹੁੰਦੀਆਂ। ਚਾਰੇ ਪਾਸੇ ਜਿੱਥੇ ਜਿੱਥੇ ਕਿਸੇ ਨੇ ਤੰਬੂ ਲਾ ਲੈਣੇ, ਕਨਾਤਾਂ ਤਾਣ ਲੈਣੀਆਂ, ਇਸੇ ਤਰ੍ਹਾਂ ਵਿਸ਼ਰਾਮ ਕਰ ਲਿਆ ਕਰਦੇ ਸਨ। ਤੋ ਚਾਰੇ ਪਾਸੇ ਕਰਤਾਰਪੁਰ ਸਾਹਿਬ ਦੇ ਸੰਗਤਾਂ ਦਾ ਮੇਲਾ ਲੱਗਾ ਹੋਇਆ ਹੈ। ਤਬਈ ਘਟ ਘੂਮਰ ਘਿਰ ਆਈ। ਪਰਮੇਸ਼ਰ ਵੱਲੋਂ ਕੁਦਰਤ ਦੀ ਖੇਡ, ਆਕਾਸ਼ ਵਿੱਚ ਮੀਂਹ ਜਿਹੜਾ ਸੀ ਉਹ ਆ ਗਿਆ। ਬੱਦਲ ਛਾ ਗਏ, ਕਾਲੇ ਰੰਗ ਦੀਆਂ ਘਟਾਵਾਂ ਛਾ ਗਈਆਂ ਬਰਕਤ ਜਲ ਕੀ ਛੈਬਰ ਲਾਈ। ਤੇ ਛੈਬਰ ਵਰਸਣ ਲੱਗੀ, ਮੀਂਹ ਵਰਸਣ ਲੱਗਾ ਤੇਜ਼ੀ ਨਾਲ। ਬੀਤੀ ਨਿਸਪੁਨ ਪਾਪੁਨ ਸਾਰਾ। ਰਾਤ ਬੀਤ ਗਈ, ਸਾਰੀ ਰਾਤ ਮੀਂਹ ਪੈਂਦਾ ਰਿਹਾ। ਦਿਨ ਚੜ ਗਿਆ, ਫਿਰ ਵੀ ਮੀਂਹ ਪੈ ਰਿਹਾ ਹੈ। ਸਗਰੋ ਦਿਵਸ ਪਰਤਰਿਓ ਬਾਰਾ। ਕਹਿੰਦੇ ਦਿਨੇ ਵੀ ਸਾਰਾ ਦਿਨ ਮੀਂਹ ਵਰਸਦਾ ਰਿਹਾ। ਸਾਰੇ ਪਾਸੇ ਜਲ ਥਲ ਹੋ ਗਈ। ਬੌਰ ਨਾ ਹਟੀ ਬਿਤੇ ਦਿਨ ਦੋ। ਕਹਿੰਦੇ ਰਾਤ ਆ ਗਈ, ਰਾਤ ਫਿਰ ਪੈਂਦਾ ਰਿਹਾ, ਅਗਲੇ ਦਿਨ ਵੀ ਪੈਂਦਾ ਰਿਹਾ। 2 ਦਿਨ ਤੇ 2 ਰਾਤਾਂ ਲਗਾਤਾਰ ਮੀਂਹ ਵਰਸਦਾ ਰਿਹਾ। ਬਿਨ ਆਹਾਰ ਆਤੁਰ ਸਭ ਕੋ। ਹੁਣ ਮੀਂਹ ਦੇ ਵਿੱਚ ਲੰਗਰ ਕਿਵੇਂ ਪੱਕਦਾ? 2 ਦਿਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਸੀ। ਲੱਕੜਾਂ ਕਿੱਥੋਂ ਇੰਨੀਆਂ ਆਉਂਦੀਆਂ? ਜਿੰਨਾ ਮਾੜਾ ਮੋਟਾ ਬਾਲਣ ਸੀ ਉਹ ਭਿੱਜ ਗਿਆ। ਲੰਗਰ ਕਿਉਂਕਿ ਆਮ ਖੁੱਲੇ ਆਕਾਸ਼ ਵਿੱਚ ਹੀ ਲੰਗਰ ਬਣਦਾ ਸੀ ਇੰਨੀ ਸੰਗਤ ਲਈ। ਤੂੰ ਲੰਗਰ ਕਿਵੇਂ ਪੱਕੇ? 2 ਦਿਨ ਬੀਤ ਗਏ, ਕਹਿੰਦੇ ਲੰਗਰ ਨਹੀਂ ਪੱਕਿਆ। ਭੋਜਨ ਕਰਨ ਨਹੀਂ ਬਿਦ ਹੋਈ। ਲੰਗਰ ਛਕਣ ਦਾ ਵੇਲਾ ਹੀ ਨਹੀਂ ਬਣਿਆ। ਨਾ ਲੰਗਰ ਪਕਾਉਣ ਦਾ ਸਮਾਂ ਬਣ ਸਕਿਆ, ਨਾ ਛਕਣ ਦਾ ਬਣ ਸਕਿਆ। 2 ਦਿਨ ਸੰਗਤ ਕੜਾਕੇ ਵਿੱਚ ਰਹੀ। ਭੂਖੀ ਬਹੁਤ ਪਈ ਸਭ ਲੋਈ। ਹੁਣ 2 ਦਿਨ ਬੀਤ ਗਏ, ਨਗਰ ਦੇ ਵਿੱਚ ਵੀ ਸਾਰੇ 'ਚ ਇਹੀ ਆਲਮ ਹੈ। ਸੰਗਤ ਜਿੰਨੀ ਆਈ ਹਜ਼ਾਰਾਂ ਦੀ ਗਿਣਤੀ ਵਿੱਚ, ਸਭ ਨੂੰ 2 ਦਿਨ ਦੀ ਭੁੱਖ ਨੇ ਸਤਾਇਆ ਹੋਇਆ ਹੈ। ਅਵਸਰ ਕਰਨ ਨ ਪਾਏ ਆਹਾਰਾ। ਕਹਿੰਦੇ ਸੰਗਤ ਆਪਣਾ ਲੰਗਰ ਤਿਆਰ ਕਰ ਲੈਂਦੀ ਸੀ, ਕਿਉਂਕਿ ਜਦੋਂ ਬਹੁਤ ਜ਼ਿਆਦਾ ਸੰਗਤ ਹੋਇਆ ਕਰਦੀ ਤੇ ਸੰਗਤ ਨੇ ਆਪਣੇ ਵੀ ਲੰਗਰ ਦੇ ਪ੍ਰਬੰਧ ਕਰ ਲਿਆ ਕਰਨੇ। ਪਰ ਹੁਣ ਮੀਂਹ ਕਰਕੇ ਸੰਗਤ ਵੀ ਆਪਣਾ ਵੀ ਲੰਗਰ ਕੋਈ ਤਿਆਰ ਨਹੀਂ ਕਰ ਸਕਿਆ, ਨਾ ਗੁਰੂ ਕੇ ਲੰਗਰਾਂ ਵਿੱਚ ਲੰਗਰ ਪੱਕ ਸਕਿਆ। ਜੈ ਜੈ ਪਸਰ ਰਿਓ ਬੋ ਬਾਰਾ। ਚਾਰੇ ਪਾਸੇ ਜਾਲੀ ਜਲ ਨਜ਼ਰ ਆਉਂਦਾ ਹੈ। ਸ਼੍ਰੀ ਗੁਰ ਤਬ ਧਰਮਸ਼ਾਲ ਮਝਾਰੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਧਰਮਸ਼ਾਲਾ ਵਿੱਚ ਬੈਠੇ ਦਰਸ਼ਨ ਦੇ ਰਹੇ ਨੇ। ਬੈਠੇ ਹੁਤੇ ਪੀਰ ਤੈ ਭਾਰੀ। ਮਹਾਰਾਜ ਜੀ ਕੋਲ ਬਹੁਤ ਸੰਗਤ ਆ ਕੇ ਬੈਠੀ ਹੋਈ ਹੈ। ਦੋਹਰਾ ਸ੍ਰੀ ਚੰਦ ਲਖਮੀ ਚੰਦ। ਪ੍ਰਿਤ ਲੈਣਾ ਅਰ ਨਰ ਬ੍ਰਿੰਦ। ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਔਰ ਬਾਬਾ ਲਖਮੀ ਦਾਸ ਜੀ ਮਹਾਰਾਜ ਔਰ ਭਾਈ ਲਹਿਣਾ ਜੀ ਤੇ ਹੋਰ ਬਹੁਤ ਸਾਰੇ ਸੇਵਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਬੈਠੇ ਹਨ। ਬੈਠੇ ਸਰਬ ਸਮੀਪਈ ਮਦ ਬੇਦੀ ਕੁਲ ਚੰਦ। ਬਹੁਤ ਸਾਰੀ ਸੰਗਤ ਬੈਠੀ ਹੈ, ਉਹਨਾਂ ਵਿੱਚ ਬੇਦੀਆਂ ਦੀ ਕੁਲ ਦੇ ਚੰਦਰਮਾ ਧੰਨ ਗੁਰੂ ਨਾਨਕ ਸਾਹਿਬ ਜੀ ਵਿਚਕਾਰ ਬੈਠੇ ਸ਼ੋਭਨੀਕ ਹੋ ਰਹੇ ਨੇ। ਚੋਪਈ ਸਭ ਸੰਗਤ ਕੋ ਭੂਖ ਬਿਸਾਲਾ। ਹੁਣ ਸੰਗਤ ਨੂੰ ਕੜਾਕਾ ਬਹੁਤ ਲੱਗਾ ਹੋਇਆ, 2 ਦਿਨਾਂ ਤੋਂ ਭੋਜਨ ਨਹੀਂ ਸੀ ਛਕਿਆ। ਵਿਆਪੀ ਪੀਰਾ ਲਖੀ ਕਿਰਪਾਲਾ। ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿ ਸੰਗਤ ਭੁੱਖ ਦੇ ਨਾਲ ਵਿਆਕੁਲ ਹੈ। 2 ਦਿਨ ਹੋ ਗਏ ਨੇ, ਲੰਗਰ ਨਹੀਂ ਪੱਕ ਸਕੇ, ਕਿਸੇ ਨੇ ਭੋਜਨ ਨਹੀਂ ਛਕਿਆ। ਸ੍ਰੀ ਚੰਦੇ ਕੋ
ਆਇਸ ਕੀਨੰ। ਗੁਰੂ ਨਾਨਕ ਸਾਹਿਬ ਦਾ ਹਿਰਦਾ ਬੜਾ ਕਰਨਾਲੂ ਤੇ ਦਿਆਲੂ ਹੈ। ਸੰਗਤ ਦੀ ਬੇਬਲਤਾਈ ਵੇਖ ਕੇ ਮਹਾਰਾਜ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਨੂੰ ਬਚਨ ਕਿਹਾ। ਬਰਖਾ ਹੋਤ ਬਿਤੇ ਦਿਨ ਤੀਨੰ। ਮਹਾਰਾਜ ਜੀ ਕਹਿਣ ਲੱਗੇ ਸ਼੍ਰੀ ਚੰਦ ਜੀ 3 ਦਿਨ ਬੀਤ ਗਏ ਨੇ, ਵਰ ਲਗਾਤਾਰ ਨਿਰੰਤਰ ਮੀਂਹ ਪੈ ਰਿਹਾ ਹੈ। ਭਈ ਛੁਦਾ ਤੁਰ ਸੰਗਤ ਪੂਰੀ। ਤੇ ਜਿਤਨੀ ਸੰਗਤ ਹੈ ਬਹੁਤ ਵਿਆਕੁਲ ਹੈ, ਭੁੱਖ ਦੇ ਵਿੱਚ ਸਾਰੀ ਸੰਗਤ ਬੇਬਲ ਹੋ ਰਹੀ ਹੈ। ਉਠੋ ਤਾਤ ਕੀ ਜੇ ਕ੍ਰਿਤ ਰੂਰੀ। ਇਹ ਬੇਟਾ ਜੀ ਉਠੋ, ਉੱਠ ਕੇ ਸੁੰਦਰ ਕਾਰ ਕਰੋ, ਜੋ ਅਸੀਂ ਤੁਹਾਨੂੰ ਕਹਿਣ ਲੱਗੇ ਹਾਂ ਇਹ ਕੰਮ ਕਰੋ। ਤਰੁ ਕਿੱਕਰ ਕੇ ਵਹਿਰ ਜੋ ਠਾਂਡੇ। ਆ ਬਾਹਰ ਧਰਮਸ਼ਾਲਾ ਦੇ ਕਿੱਕਰ ਖੜਾ, ਦਰਖਤ ਖੜਾ ਹੈ ਕਿੱਕਰ ਦਾ, ਤੇ ਜਿੱਥੇ ਕਿੱਕਰਾਂ ਦੇ ਦਰਖਤ ਖੜੇ ਹਨ ਚੜ ਉਪਰ ਚੂਣੋ ਗੈ ਗਾਡੇ। ਤੁਸੀਂ ਇਸ ਕਿੱਕਰ ਦੇ ਦਰਖਤ ਤੇ ਚੜ ਕੇ ਇਹਦੇ ਜਿਹੜੇ ਟਹਿਣੇ ਨੇ ਉਹਨਾਂ ਨੂੰ ਜ਼ੋਰ ਨਾਲ ਹਲੂਣਾ ਦਿਓ, ਉਹਨਾਂ ਨੂੰ ਝੂਣੋ ਯਾਨੀ ਕਿ ਹਲੂਣਾ ਦਿਓ। ਅਨੇਕ ਪ੍ਰਕਾਰ ਆਹਾਰ ਸੁਗਿਰਹੀ। ਜਦੋਂ ਤੁਸੀਂ ਕਿੱਕਰ ਦੇ ਟਹਿਣਿਆਂ ਨੂੰ ਹਿਲਾਵੋਗੇ ਜ਼ੋਰ ਨਾਲ ਤਾਂ ਅਨੇਕ ਪ੍ਰਕਾਰ ਦੇ ਪਕਵਾਨ, ਅਨੇਕ ਪ੍ਰਕਾਰ ਦੇ ਭੋਜਨ ਉਹਨਾਂ ਟਹਿਣਿਆਂ ਚੋਂ ਝੜ ਕੇ ਥੱਲੇ ਆਉਣਗੇ। ਸੰਗਤ ਖਾਏ ਛੁਦਾ ਕੋ ਹਰਈ। ਤੇ ਜਿੰਨੀ ਸੰਗਤ ਹੈ ਸਾਰੀ ਛੱਕ ਕੇ ਆਪਣੀ ਭੁੱਖ ਨਿਰਵਿਰਤ ਕਰ ਲਵੇਗੀ। ਬੌਰ ਜਬੇ ਬਰਖਾ ਹਟ ਜੈ। ਜਦੋਂ ਮੀਂਹ ਪੈਣੋਂ ਹਟ ਜਾਵੇਗਾ ਓਏ ਸੁਖੀ ਤਬ ਸਦਨ ਸਿਦੇ ਹੈ। ਫਿਰ ਸੰਗਤ ਸੁੱਖ ਨਾਲ ਆਪੋ ਆਪਣਿਆਂ ਘਰਾਂ ਨੂੰ ਪ੍ਰਸਥਾਨ ਕਰ ਜਾਵੇਗੀ। ਸ੍ਰੀ ਚੰਦ ਬਾਣੀ ਸੁਣ ਤਬ ਪ੍ਰਾਈ। ਸਤਿਗੁਰੂ ਜੀ ਦੇ ਬਚਨ ਸੁਣ ਕੇ ਬਾਬਾ ਸ਼੍ਰੀ ਚੰਦਰ ਜੀ ਬੋਲੇ। ਪਿਤ ਕੇ ਬਚ ਪ੍ਰਤੀਤ ਜਿਸ ਨਾਈ। ਮਨ ਵਿੱਚ ਕਿਉਂਕਿ ਬਾਬਾ ਸ਼੍ਰੀ ਚੰਦ ਜੀ ਤਾਂ ਗੁਰੂ ਸਾਹਿਬ ਨੂੰ ਪਿਤਾ ਰੂਪ ਕਰਕੇ ਵੇਖ ਰਹੇ ਨੇ ਨਾ, ਭਾਈ ਲਹਿਣਾ ਜੀ ਵੇਖਦੇ ਨੇ ਗੁਰੂ ਕਰਕੇ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਵੇਖਦੇ ਨੇ ਪਿਤਾ ਰੂਪ ਕਰਕੇ। ਖਾਲਸਾ ਜੀ ਰੁਤਬਾ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਛੋਟਾ ਨਹੀਂ, ਭਾਈ ਲਹਿਣਾ ਜੀ ਦੇ ਬਰੋਬਰ ਤਾਂ ਗੁਰੂ ਨਾਨਕ ਸਾਹਿਬ, ਉਹਨਾਂ ਦੀ ਜੋਤ ਉਹਨਾਂ ਵਿੱਚ ਹੀ ਵਿਦਮਾਨ ਹੋਣੀ, ਪਰ ਗੁਰੂ ਸਾਹਿਬ ਜੀ ਦੇ ਸਪੁੱਤਰ ਕੋਈ ਘੱਟ ਭਾਗਸ਼ਾਲੀ ਨਹੀਂ, ਜਿਨ੍ਹਾਂ ਨੇ ਕਈ ਜਨਮ ਤਪ ਕਰਕੇ ਪਰਮੇਸ਼ਰ ਕੋਲੋਂ ਮੰਗੀ ਇਹ ਮੰਗੀ ਕਿ ਇਹ ਅਕਾਲ ਪੁਰਖ ਜੀ ਤੁਸੀਂ ਸਾਨੂੰ ਪਿਤਾ ਰੂਪ 'ਚ ਦਰਸ਼ਨ ਦਿਓ, ਅਸੀਂ ਤੁਹਾਡੇ ਘਰ ਪੁੱਤਰ ਬਣ ਕੇ ਜਨਮ ਲੈ ਕੇ ਆਈਏ। ਉਹ ਕਈ ਜਨਮਾਂ ਦੀ ਬੰਦਗੀ ਸੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ, ਪਰ ਉਹ ਪਿਤਾ ਰੂਪ ਆਖਿਆ ਫਿਰ ਤੁਸੀਂ ਪਿਤਾ ਰੂਪ ਕਰਕੇ ਹੀ ਵੇਖੋਗੇ ਸਾਨੂੰ। ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਨੂੰ ਪਿਤਾ ਦੇ ਬਚਨਾਂ ਤੇ ਉਹ ਪ੍ਰਤੀਤ ਨਹੀਂ ਜੋ ਭਾਈ ਲਹਿਣਾ ਜੀ ਦੇ ਮਨ ਵਿੱਚ ਹੈ। ਬਿਟਪਨ ਸੰਗ ਅਸਨ ਕਿਨ ਲਾਇਓ। ਬਾਬਾ ਸ਼੍ਰੀ ਚੰਦ ਜੀ ਨੇ ਸ਼ੰਕਾ ਕੀਤਾ, ਅੱਜ ਕੱਲ ਦੇ ਵੀ ਕਈ ਸਿੱਖ ਕਰ ਲੈਂਦੇ ਆ ਇਦਾਂ ਦਾ ਸ਼ੰਕਾ, ਆਖੇ ਜੀ ਕਿਤੇ ਕਿੱਕਰਾਂ ਵਿੱਚੋਂ ਵੀ ਮਠਿਆਈਆਂ ਝੜਦੀਆਂ। ਅੱਜ ਕੱਲ ਵੀ ਬਹੁਤੇ ਕਿੰਤੂ ਕਰ ਲੈਂਦੇ, ਪਰ ਸਿੱਖ ਕਹਿੰਦਾ ਜੇ ਗੁਰੂ ਚਾਹਵੇ ਤੇ ਹੋ ਸਕਦਾ, ਗੁਰੂ ਨੂੰ ਭਾਵੇ ਤੇ ਹੋ ਸਕਦਾ। ਗੁਰੂ ਪਰਮੇਸ਼ਰ ਹੈ, ਗੁਰੂ ਪਰਮੇਸ਼ਰ ਕੁਝ ਵੀ ਕਰਨ ਦੀ ਸਮਰੱਥਾ ਰੱਖਦਾ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਮਹਾਰਾਜ ਕਿਤੇ ਕਿੱਕਰ ਦੇ ਦਰਖਤਾਂ ਨਾਲ ਵੀ ਕਦੇ ਪਕਵਾਨ ਝੜੇ ਆ, ਇਹਨੂੰ ਮਠਿਆਈਆਂ ਕਿਹਨੇ ਲਾ ਦਿੱਤੀਆਂ, ਇਹਨਾਂ ਕਿੱਕਰਾਂ ਨੂੰ ਭਲਾ ਕਿਹਨੇ ਭੋਜਨ ਲਾ ਦਿੱਤਾ। ਅਵਲੋਕਿਓ ਨੇ ਕਿਸੂ ਸੁਨਾਇਓ। ਅੱਜ ਤਾਈਂ ਨਾ ਕਦੇ ਕਿਸੇ ਨੇ ਵੇਖਿਆ ਵੀ ਦਰਖਤਾਂ ਨੂੰ ਭੋਜਨ ਲੱਗਾ ਹੋਵੇ, ਤੇ ਨਾ ਹੀ ਕਿਸੇ ਨੇ ਅੱਜ ਤੋਂ ਪਹਿਲਾਂ ਦੱਸਿਆ। ਪੂਰਬ ਕਬੇ ਨਾ ਹੋਈ ਐਸੇ। ਪਹਿਲੋਂ ਤਾਂ ਕਦੇ ਐਸਾ ਹੋਇਆ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ। ਆਪ ਬਚਨ ਪਾਖ ਤੋ ਜੈਸੇ। ਪਿਤਾ ਜੀ ਜਿਵੇਂ ਤੁਸੀਂ ਇਹ ਬਚਨ ਕਹਿ ਰਹੇ ਹੋ ਪਹਿਲਾਂ ਇਦਾਂ ਕਦੇ ਨਹੀਂ ਹੋਇਆ। ਸਿੱਧ ਮੁਨੀ ਅਰਜੇ ਅਵਤਾਰਾ। ਬੜੇ ਬੜੇ ਸਿੱਧ ਮੁਨੀ ਅਵਤਾਰੀ ਪੁਰਸ਼ ਹੋਏ ਨੇ, ਕਿਨੋ ਅਸਨੇ ਬਚਨ ਉਚਾਰਾ। ਕਿਸੇ ਨੇ ਕਦੇ ਐਸੇ ਬਚਨ ਨਹੀਂ ਆਖੇ ਕਿ ਦਰਖਤਾਂ ਨਾਲੋਂ ਪਕਵਾਨ ਝੜਦੇ ਹਨ। ਜਿਉ ਵਿਪਰੀਤ ਆਪ ਫੁਰਮਾਵੋ। ਪਿਤਾ ਜੀ ਜਿਵੇਂ ਆਪ ਦੀ ਇਹ ਵਿਪਰੀਤ ਫੁਰਮਾ ਰਹੇ ਹੋ ਇਦਾਂ ਕਦੇ ਕਿਸੇ ਅਵਤਾਰੀ ਸਿੱਧ ਮੁਨੀ ਨੇ ਨਹੀਂ ਕਿਹਾ। ਹੋ ਨਾ ਕਰੋ ਨਰ ਬੀਚ ਲਜਾਵੋ। ਮਹਾਰਾਜ ਮੈਂ ਨਹੀਂ ਚੜਦਾ, ਮੈਨੂੰ ਤਾਂ ਸ਼ਰਮ ਆਵੇਗੀ, ਲੋਕ ਆਖਣਗੇ ਵੀ ਇਹ ਕਿਵੇਂ ਹੋ ਸਕਦਾ, ਮੈਂ ਲੋਕਾਂ ਵਿੱਚ ਲਜਾਏ ਮਾਨ ਹੋਵਾਂਗਾ। ਮਹਾਰਾਜ ਜੀ ਮੈਂ ਨਹੀਂ ਚੜਦਾ ਦਰਖਤ ਤੇ। ਜਾਣਿਓ ਤਾਤ
ਪ੍ਰਤੀਤ ਬਹੀਨਾ। ਸਤਿਗੁਰੂ ਜੀ ਨੇ ਵੇਖਿਆ ਕਿ ਬਾਬਾ ਸ਼੍ਰੀ ਚੰਦ ਜੀ ਦੇ ਮਨ 'ਚ ਪ੍ਰਤੀਤ ਨਹੀਂ ਬਚਨਾ ਤੇ ਤਬ ਦੁਤੀਏ ਸੰਗ ਬਚ ਕੀਨਾ। ਆਪਣੇ ਦੂਜੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਜੀ ਨੂੰ ਸਤਿਗੁਰਾਂ ਨੇ ਬਚਨ ਕੀਤਾ, ਲਖਮੀ ਦਾਸ ਸੁਨੋ ਸੁਤ ਆਇਸ। ਇਹ ਪੁੱਤਰ ਲਖਮੀ ਦਾਸ ਜੀ ਤੁਸੀਂ ਆਗਿਆ ਸੁਣੋ, ਕਰੋ ਕਿਰਤ ਇਹ ਬਿਲਮ ਗਵਾਇਸ। ਤੁਸੀਂ ਇਹ ਕੰਮ ਕਰੋ ਬਿਨਾਂ ਦੇਰੀ ਤੋਂ, ਛੇਤੀ ਨਾਲ ਸੰਗਤ ਭੁੱਖੀ ਐ। ਵਹਿਰ ਮਹੀਰੋ ਚੂਣੋ ਜਾਈ। ਜਾ ਕੇ ਜਿਹੜਾ ਇਹ ਬਾਹਰ ਦਰਖਤ ਹੈ ਉਹਦੇ ਤੇ ਚੜ ਕੇ ਉਹਨੂੰ ਹਿਲਾਵੋ, ਸੰਗਤ ਸਗਰੀ ਲਿਓ ਬੁਲਾਈ। ਔਰ ਸਾਰੀ ਸੰਗਤ ਨੂੰ ਸੱਦ ਲੋ, ਬੁਲਾ ਲਵੋ। ਬਹੁ ਭੂਖੇ ਤ੍ਰਿਪਤਾਵੋ ਆਛੇ। ਸੰਗਤ 2 ਦਿਨਾਂ ਤੋਂ ਭੁੱਖੀ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਤ੍ਰਿਪਤ ਕਰੋ, ਰਜਾਵੋ। ਕਰੇ ਨਹੀਂ ਤਬ ਆਛੋ ਆਵੋ ਪਾਛੇ। ਕਰੋ ਨਹੀਂ ਤਬ ਆਵੋ ਪਾਛੇ। ਮਹਾਰਾਜ ਜੀ ਕਹਿੰਦੇ ਜੇ ਨਹੀਂ ਕਰਨਾ ਤੇ ਫਿਰ ਪਿੱਛੇ ਆ ਜਾ। ਇਸ ਬਿਦ ਉੱਤਰ ਦੀਨੋ ਤਾਈ। ਉਹਨਾਂ ਨੇ ਜਵਾਬ ਦੇ ਦਿੱਤਾ, ਬਾਬਾ ਲਖਮੀ ਦਾਸ ਜੀ ਨੇ ਵੀ, ਬਿਤਰ ਜਾਏ ਚਿਤ ਮਾਨਤ ਨਾਈ। ਪਿਤਾ ਗੁਰੂ ਦੇ ਬਚਨ ਨਹੀਂ ਮੰਨੇ। ਦ્વੈ ਸੁਤ ਲਖੇ ਪ੍ਰਤੀਤ ਨ ਆਈ। ਮਹਾਰਾਜ ਜੀ ਨੇ ਵੇਖਿਆ ਦੋਨੋਂ ਸਾਹਿਬਜ਼ਾਦਿਆਂ ਦੇ ਮਨਾਂ 'ਚ ਪ੍ਰਤੀਤ ਨਹੀਂ। ਉਚਿਤ ਨਾ ਏਓ ਵਿਸ਼ਾਲ ਵਡਿਆਈ। ਇਹ ਪਰਖ ਵੀ ਸੀ, ਵੇਖਣਾ ਵੀ ਸੀ ਕਿ ਜਿਹੜੀ ਵਡਿਆਈ ਅਸੀਂ ਦੇਣੀ ਆ ਉਹਦੇ ਲਾਇਕ ਹੈਣ ਕਿ ਨਹੀਂ, ਉਹਦੇ ਉਚਿਤ ਹੈਣ ਕਿ ਨਹੀਂ। ਵੇਖ ਲਿਆ ਜਿਹੜੀ ਵਡਿਆਈ ਅਸੀਂ ਦੇਣੀ ਚਾਹੁੰਦੇ ਆ ਉਹਦੇ ਲਾਇਕ ਨਹੀਂ ਹਨ। ਉੱਤਮ ਹੁਤੋ ਜੋ ਦਾਸਨ ਮਾਈ। ਸਾਰਿਆਂ ਦਾਸਾਂ ਵਿੱਚ ਜੋ ਸਭ ਤੋਂ ਉੱਤਮ ਸੇਵਕ ਨੇ ਸਤਿਗੁਰਾਂ ਦੇ, ਲੈਣੇ ਸੰਗ ਗਿਰਾ ਪੁਨ ਪ੍ਰਾਈ। ਆਪਣੇ ਮਹਾਨ ਸੇਵਕ ਭਾਈ ਲਹਿਣੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਫਰਮਾਏ, ਲੈਣੇ ਉਠੋ ਸੋ ਲੈਣਾ ਤੋਈ। ਮਹਾਰਾਜ ਜੀ ਕਹਿੰਦੇ ਉੱਠ ਲੈਣਿਆ ਤੂੰ ਹੀ ਲੈਣਾ ਹੈ, ਅਸੀਂ ਵੇਖ ਲਿਆ। ਉੱਠ ਲੈਣਿਆ ਤੈਂ ਹੀ ਲੈਣਾ ਹੈ, ਹੋਰ ਨਹੀਂ ਕਿਸੇ ਦੇ ਕੋਲ ਇਹੋ ਜੀ ਪ੍ਰਤੀਤ। ਤੂਰਨ ਕਰੋ ਜੋ ਆਇਸ ਮੋਈ। ਜੋ ਅਸੀਂ ਆਗਿਆ ਕੀਤੀ ਹੈ ਜਾ ਕੇ ਤੂਰਨ ਛੇਤੀ ਨਾਲ ਪਾਲੋ। ਵਹਿਰ ਜੇ ਸਾਖੀ ਝੂਣੋ ਨੀਕੇ। ਜਾਓ ਬਾਹਰ ਜਾ ਕੇ ਉਹਨਾਂ ਦਰਖਤਾਂ ਨੂੰ ਹਿਲਾਵੋ, ਦਿਓ ਆਹਾਰ ਭਾਵਤ ਜੀ ਕੇ। ਔਰ ਸੰਗਤ ਨੂੰ ਮਨ ਭਾਉਂਦਾ ਭੋਜਨ ਛਕਾਓ। ਸੁਨ ਕਰ ਤਨ ਪਰ ਪਟ ਨ ਸੰਭਾਰਾ। ਸੁਣਦਿਆਂ ਭਾਈ ਲੈਣੇ ਨੇ ਸਰੀਰ ਤੇ ਕੱਪੜੇ ਨਹੀਂ ਸੰਭਾਲੇ, ਇੰਨੀ ਕਾਹਲੀ ਨਾਲ ਉੱਠੇ। ਉੱਠ ਕੇ ਤੂਰਨ ਨਿਕਸਿਓ ਦੁਆਰਾ। ਛੇਤੀ ਜਾ ਕੇ ਇਹ ਨਹੀਂ ਆਖਿਆ ਮਹਾਰਾਜ ਕਿਵੇਂ ਦਰਖਤਾਂ ਤੋਂ, ਸਿੱਖ ਦਾ ਕਰਤੱਵ ਹੈ ਜੋ ਗੁਰੂ ਨੇ ਬਚਨ ਕਿਹਾ ਉਹਨੂੰ ਸੱਤ ਕਰਕੇ ਮੰਨਣਾ। ਇਹ ਸਿਧਾਂਤ ਹੈ ਸਾਖੀ ਦਾ। ਇਹ ਜਿਹੜੀ ਸਾਖੀ ਚੱਲ ਰਹੀ ਇਹਦਾ ਸਿਧਾਂਤ ਹੈ ਕਿ ਸਿੱਖ ਦਾ ਕੋਈ ਕਰਤੱਵ ਨਹੀਂ ਗੁਰੂ ਦੇ ਕਹੇ ਬਚਨ ਤੇ ਕਿੰਤੂ ਕਰੇ। ਜੋ ਗੁਰੂ ਕਹੇ ਸਿੱਖ ਸੱਤ ਕਰਕੇ ਮੰਨ ਲਵੇ, ਬਿਨਾਂ ਕਿਸੇ ਹੀਲ ਹੁਜਤ ਤੋਂ, ਬਿਨਾਂ ਕਿਸੇ ਸ਼ੰਕੇ ਤੋਂ। ਇਹ ਸਾਖੀ ਦਾ ਸਿਧਾਂਤ ਹੈ। ਭਾਈ ਲਹਿਣਾ ਜੀ ਨੇ ਕੋਈ ਸਵਾਲ ਨਹੀਂ ਕੀਤਾ, ਝਟ ਕਮਰ ਕੱਸਾ ਕੀਤਾ, ਛੇਤੀ ਨਾਲ ਬਾਹਰ ਗਏ। ਸਗਰੀ ਸੰਗਤ ਸੰਗ ਬੁਲਾਈ। ਸਾਰੀ ਸੰਗਤ ਨੂੰ ਨਾਲ ਸੱਦ ਕੇ ਬੁਲਾ ਲਿਆ। ਬਿਟਪ ਬਿਲੋਕ ਚੜਿਓ ਤਬ ਧਾਈ। ਕਿੱਕਰ ਦਾ ਦਰਖਤ ਵੇਖ ਕੇ ਝਟ ਭਾਈ ਲਹਿਣਾ ਜੀ ਉਸ ਦਰਖਤ ਦੇ ਉੱਤੇ ਜਾ ਚੜੇ। ਗਹੇ ਪ੍ਰਕਾਂਡ ਸਜੋਰ ਹਿਲਾਏ। ਪ੍ਰਕਾਂਡ ਕਹਿੰਦੇ ਵੱਡੇ ਮੋਟੇ ਟਹਿਣੇ ਨੂੰ। ਟਹਿਣਾ ਫੜਿਆ ਇੱਕ ਦਰਖਤ ਦਾ, ਧੰਨ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਵਾਹਿਗੁਰੂ ਕਹਿ ਕੇ ਜਦੋਂ ਉਸ ਟਹਿਣੇ ਨੂੰ ਜ਼ੋਰ ਨਾਲ ਹਿਲਾਇਆ, ਗਿਰਤ ਪਿਕੇ ਭੋਜਨ ਬਹੁ ਪਾਏ। ਥੱਲੇ ਚਾਦਰੇ ਵਿਛਾ ਦਿੱਤੇ ਸਨ। ਕਹਿੰਦੇ ਟਹਿਣਾ ਹਿਲਾਣ ਦੀ ਦੇਰੀ ਸੀ, ਕਈ ਪ੍ਰਕਾਰ ਦੇ ਪਕਵਾਨ ਉਸ ਟਹਿਣੇ ਚੋਂ ਝੜ ਕੇ ਥੱਲੇ ਡਿੱਗਣ ਲੱਗੇ। ਸਤਿ ਸ੍ਰੀ ਅਕਾਲ। ਮੋਦਕ ਸਸ ਕੁਲ ਪਰਪਾ ਪੂਰੀ। ਕਹਿੰਦੇ ਲੱਡੂ ਝੜ ਰਹੇ ਨੇ, ਪੂੜੀਆਂ ਪੂੜੇ ਤੇ ਸਤਕੁਲ ਕਹਿੰਦੇ ਜਲੇਬੀਆਂ ਨੂੰ। ਜਲੇਬੀਆਂ ਝੜ ਰਹੀਆਂ ਹਨ। ਬਿਕਤ ਸਰਬ ਪਾ ਅਚਰਜ ਪੂਰੀ। ਵੇਖ ਕੇ ਸਭ ਪਹਿਲਾਂ ਹੱਕੇ ਬੱਕੇ ਹੋ ਗਏ, ਅਚਰਜ ਹੋ ਗਏ। ਅਧਿਕ ਚੁਦਾ ਮੈਂ ਹੁਤੇ ਬਿਹਾਲਾ। ਸੰਗਤ ਭੁੱਖੜਾਕਾ ਬੜਾ ਸੀ, ਭੁੱਖ ਤੇ ਫਿਰ ਖਾਣ ਨੂੰ ਇਹੋ ਜੀਆਂ ਮਠਿਆਈਆਂ ਮਿਲਣ, ਪਕਵਾਨ ਮਿਲਣ, ਹੋਰ ਕੀ ਚਾਹੀਦਾ ਸੀ। ਅਚਵਨ ਲਾਗੇ ਸਵਾਦ ਵਿਸ਼ਾਲਾ। ਲੈ ਲੈ ਕੇ ਉੱਥੋਂ ਪਕਵਾਨ ਸਵਾਦ ਨਾਲ ਸਭ ਛਕਣ ਲੱਗੇ। ਜਿਉਂ ਜਿਉਂ ਚੂਣੇ ਬਿਟਪਨ ਸੋ।
ਜਿਵੇਂ ਜਿਵੇਂ ਭਾਈ ਲਹਿਣਾ ਜੀ ਟਹਿਣਾ ਹਿਲਾਉਂਦੇ ਹਨ, ਤਿਉਂ ਤਿਉਂ ਗਿਰੇ ਖਾਏ ਸਭ ਕੋ, ਤਿਵੇਂ ਤਿਵੇਂ ਪਕਵਾਨ ਮਠਿਆਈਆਂ ਝੜਦੇ ਸਭ ਛਕ ਰਹੇ ਹਨ। ਨਾਨਾ ਭਾਂਤ ਪਰੇ ਤਾਰੇ ਆਈ, ਨਾਨਾ ਪ੍ਰਕਾਰ ਦੇ ਪਕਵਾਨ ਥੱਲੇ ਆਣ ਪਏ ਨੇ। ਲਗੇ ਨਦੀ ਸੇ ਪਰਤ ਦਿਸਾਈ, ਕਹਿੰਦੇ ਟਹਿਣੀਆਂ ਨੂੰ ਲੱਗੇ ਤਾਂ ਨਹੀਂ ਦਿਸਦੇ, ਪਰ ਹਿਲਾਇਆ ਝੜਦੇ ਜ਼ਰੂਰ ਨੇ, ਪਰ ਲੱਗੇ ਨਜ਼ਰ ਨਹੀਂ ਆਉਂਦੇ। ਅਚਰਜ ਪੇ ਗਤ ਜਾਏ ਨ ਜਾਨੀ, ਬੜਾ ਆਸ਼ਚਰਜ ਬੜੀ ਹੈਰਾਨੀ ਗਤ ਸਮਝ ਨਹੀਂ ਆਉਂਦੀ। ਤਨ ਤਨ ਕੈ ਗੁਰ ਗੁਣ ਖਾਨੀ, ਸਭ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਇਕ ਤੋ ਭੂਕੇ ਬਾਸੁਰ ਤੀਨੰ, ਇੱਕ ਤਾਂ 3 ਦਿਨਾਂ ਦੇ ਭੁੱਖੇ ਸਨ, ਮਿਲਿਓ ਨਾ ਅਵਸਰ ਅਸਨ ਨਕੀਨੰ, ਤੇ ਭੋਜਨ ਦਾ ਸਮਾਂ ਹੀ ਨਹੀਂ ਸੀ ਮਿਲਿਆ, ਭੋਜਨ ਨਹੀਂ ਸੀ ਛਕਿਆ। ਦੁਤੀਏ ਸਾਧ ਮੈਂ ਮਿਲਿਓ ਆਹਾਰਾ, ਦੂਜਾ ਸਵਾਦੀ ਭੋਜਨ ਮਿਲਿਆ। ਇੱਕ ਤਾਂ 3 ਦਿਨਾਂ ਦੇ ਭੁੱਖੇ, ਦੂਜਾ ਸਵਾਦ ਵਾਲਾ ਭੋਜਨ ਮਿਲਿਆ। ਖਾਏ ਅਧਿਕ ਸੁਖ ਹਿਰਦੇ ਉਦਾਰਾ, ਕਹਿੰਦੇ ਛਕ ਕੇ ਬੜੇ ਆਨੰਦਿਤ ਹੋ ਰਹੇ, ਬੜਾ ਖੇੜਾ ਤੇ ਖੁਸ਼ੀ ਬਣ ਰਹੀ ਹੈ। ਚਿਰੰਕਾਲ ਲੋ ਅਚਵ ਅਗਾਏ, ਲੰਮੇ ਸਮੇਂ ਤੱਕ ਕਹਿੰਦੇ ਪਕਵਾਨ ਝੜਦੇ ਰਹੇ, ਸੰਗਤ ਛਕਦੀ ਰਹੀ। ਭਏ ਤ੍ਰਿਪਤੇਵ ਮੁਖੇ ਅਲਾਏ, ਜਦੋਂ ਸਭ ਨੇ ਆਖਿਆ ਤ੍ਰਿਪਤ ਹੋ ਗਏ ਹਾਂ, ਰੱਜ ਗਏ ਹਾਂ, ਹੁਣ ਕੋਈ ਕਾਂਖਾ ਨਹੀਂ ਰਹੀ। ਹਟ ਜਬ ਰਹੇ ਬਿਲੋਕੇ ਲੈਣੇ, ਭਾਈ ਲਹਿਣਾ ਨੇ ਵੇਖਿਆ, ਭਾਈ ਲਹਿਣਾ ਜੀ ਨੇ, ਕਿ ਜਦੋਂ ਸਾਰੀ ਸੰਗਤ ਛਕ ਹਟੀ, ਪਿੱਛੇ ਹਟ ਗਏ ਸਾਰੇ। ਉਤਰੇ ਉਤਾਰੇ ਚੋਰ ਕਰ ਟੈਣੇ, ਭਾਈ ਲਹਿਣਾ ਜੀ ਉਸ ਦਰਖਤ ਦਾ ਟਹਿਣਾ ਛੱਡ ਕੇ ਥੱਲੇ ਜ਼ਮੀਨ ਤੇ ਉਤਰ ਆਏ। ਬਿੰਸਤ ਚਤੁਰ ਹਜ਼ਾਰ ਹੁਤੇ ਨਰ, ਖਾਲਸਾ ਜੀ ਕਿੰਨੇ ਜਣਿਆਂ ਨੇ ਛਕਿਆ ਲੰਗਰ? 24,000 ਗਿਣਤੀ ਸੀ ਸੰਗਤ ਦੀ। 24,000 ਪ੍ਰਾਣੀ ਸਨ, ਨਰ ਨਾਰੀਆਂ, ਜਿਨ੍ਹਾਂ ਨੇ ਭੋਜਨ ਛਕਿਆ। ਸਭ ਤ੍ਰਿਪਤਾਏ ਰਿਓ ਹਰਖ ਪਰ, ਸਾਰੇ ਤ੍ਰਿਪਤ ਹੋ ਗਏ, ਖੇੜੇ ਨਾਲ ਖੁਸ਼ੀ ਨਾਲ ਆਨੰਦਿਤ ਹੋ ਰਹੇ ਨੇ। ਓਏ ਕੈ ਸੰਗਤ ਕੇਰੇ ਅਗਾਰੀ, ਏਦਾਂ ਸਾਰੀ ਸੰਗਤ ਨੂੰ ਨਾਲ ਲੈ ਕੇ ਭਾਈ ਲਹਿਣਾ ਜੀ ਅੱਗੇ ਲੱਗੇ। ਚਲ ਆਇਓ ਧਰਮਸਾਲ ਮਜਾਰੀ, ਧਰਮਸ਼ਾਲਾ ਦੇ ਅੰਦਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੋਲ ਚੱਲ ਕੇ ਆਏ। ਪਾਇਨ ਪਾਸ ਲਕੁਟ ਕੀ ਨਿਆਈ, ਜਿਵੇਂ ਕੋਈ ਡੰਡਾ ਜ਼ਮੀਨ ਤੇ ਡਿੱਗਦਾ, ਲਕੁਟ ਕਹਿੰਦੇ ਆ ਡੰਡੇ ਨੂੰ। ਜਿਵੇਂ ਜ਼ਮੀਨ ਤੇ ਡੰਡਾ ਡਿੱਗਦਾ, ਇਉਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਭਾਈ ਲਹਿਣਾ ਜੀ ਨੇ ਡਿੱਗ ਕੇ ਪ੍ਰਣਾਮ ਕੀਤੀ। ਪਰਿਓ ਦੀਨ ਹੋਏ ਪ੍ਰੇਮੈ ਛਾਈ, ਦੀਨ ਹੋ ਗਏ, ਇਸ ਗੁਰੂ ਚਰਨਾਂ 'ਚ ਪ੍ਰੇਮ ਹਿਰਦੇ 'ਚ ਭਰ ਗਿਆ। ਤੈ ਛਿਨ ਕੁਛ ਕ ਸ਼ਕਤ ਹੋਏ ਆਈ, ਉਸ ਵੇਲੇ ਕੁਝ ਕੁ ਸ਼ਕਤੀ ਜਿਹੜੀ ਸੀ ਉਹ ਅੰਦਰ ਪ੍ਰਗਟ ਹੋ ਆਈ। ਭਾਨ ਉਗਤ ਜੈਸੇ ਅਰੁਨਾਈ, ਕਹਿੰਦੇ ਜਿਵੇਂ ਸੂਰਜ ਹਾਲੇ ਚੜ੍ਹਦਾ ਹੈ ਨਾ, ਥੋੜੀ ਥੋੜੀ ਲਾਲੀ ਜੀ ਆ ਜਾਂਦੀ ਹੈ। ਕਹਿੰਦੇ ਏਦਾਂ ਥੋੜੀ ਜੀ ਜੋਤ ਅੰਦਰ ਜਾਗਣੀ ਸ਼ੁਰੂ ਹੋ ਗਈ ਭਾਈ ਲਹਿਣਾ ਜੀ ਦੇ ਅੰਦਰ, ਗੁਰੂ ਸਾਹਿਬ ਦਾ ਬਚਨ ਪਾਲਣੇ ਕਰਕੇ, ਕਿ ਜੋ ਗੁਰੂ ਨੇ ਕਿਹਾ ਸੱਤ ਕਰਕੇ ਮੰਨਿਆ। ਕਹਿੰਦੇ ਜਿਵੇਂ ਸੂਰਜ ਚੜ੍ਹਨ ਵੇਲੇ ਆਕਾਸ਼ ਵਿੱਚ ਥੋੜੀ ਥੋੜੀ ਲਾਲੀ ਜੀ ਨਹੀਂ ਆਉਂਦੀ, ਇਉਂ ਅੰਦਰ ਸੂਰਜ ਚੜ੍ਹਨ ਲੱਗਾ। ਹੁਣ ਥੋੜੀ ਥੋੜੀ ਲਾਲੀ ਅੰਦਰ ਉਹ ਜੋਤ ਦੀ ਜਗਮਗ ਜਗਮਗ ਕਰਨ ਲੱਗੀ ਹੈ। ਸੰਗਤ ਪਾਇਨ ਪਰੀ ਪਿਛਾਰੀ, ਸਾਰੀ ਸੰਗਤ ਨੇ ਆ ਕੇ ਗੁਰੂ ਚਰਨਾਂ 'ਚ ਪ੍ਰਣਾਮ ਕੀਤੀ ਹੈ। ਸ਼ਰਧਾ ਜਗੀ ਪਰਮ ਸੁਖਕਾਰੀ, ਸਭ ਦੇ ਮਨ 'ਚ ਸ਼ਰਧਾ ਜਾਗ ਪਈ, ਪਰਮ ਸੁਖ ਨੂੰ ਪ੍ਰਾਪਤ ਹੋਏ। ਬੈਠੇ ਬਿਸਮੇ ਬਚਨ ਬਖਾਨੇ, ਹੈਰਾਨ ਹੋ ਕੇ ਸਾਰੇ ਮਹਾਰਾਜ ਜੀ ਕੋਲ ਬੈਠੇ ਬੋਲੇ ਹਨ। ਅਤਸ਼ੈ ਅਚਰਜ ਕੋ ਨਹਿ ਜਾਣੇ, ਮਹਾਰਾਜ ਅਤ ਅਸਚਰਜ ਖੇਡ ਆਪ ਜੀ ਦੀ ਨਹੀਂ ਜਾਣੀ ਜਾਂਦੀ। ਪੂਰਬ ਪਈ ਨ ਕਬਉ ਐਸੇ, ਕਦੇ ਐਸਾ ਪਹਿਲਾਂ ਨਾ ਵੇਖਿਆ ਤੇ ਨਾ ਹੀ ਸੁਣਿਆ। ਤਰੁ ਤੇ ਅਸਨ ਅਚਾਇਓ ਜੈਸੇ, ਜਿਵੇਂ ਆਪ ਜੀ ਨੇ ਦਰਖਤ ਦੇ ਟਹਿਣਿਆਂ ਤੋਂ ਸਾਨੂੰ ਸਾਰਿਆਂ ਨੂੰ ਭੋਜਨ ਛਕਾਇਆ। ਪੂਰਨ ਕਲਾਵਾਨ ਪਹਿਚਾਨੇ, ਮਹਾਰਾਜ ਜੀ ਨੂੰ ਪੂਰਨ ਕਲਾਵਾਨ ਪੁਰਖ ਪਹਿਚਾਣਿਆ। ਇੱਧਰ ਮਾਲਵੇ ਵਿੱਚ ਵੀ ਇੱਕ ਕਲਗੀਧਰ ਜੀ ਦਾ ਵੀ ਅਸਥਾਨ ਹੈ। ਉਸ ਅਸਥਾਨ ਦਾ ਨਾਮ ਗੁਰਦੁਆਰਾ ਮਠਿਆਈ ਸਰ ਸਾਹਿਬ ਹੈ। ਉੱਥੇ ਵੀ ਇਤਿਹਾਸ ਵਿੱਚ ਆਉਂਦਾ, ਮਹਾਰਾਜ ਜੀ ਨੇ ਦਰਖਤਾਂ ਤੋਂ ਮਠਿਆਈਆਂ ਝਾੜ ਕੇ ਸਿੰਘਾਂ ਨੂੰ ਛਕਾਈਆਂ ਸਨ। ਉਹੀ ਜੋਤ ਨੇ 10ਵੇਂ ਜਾਮੇ ਵਿੱਚ ਨੇ। ਤੋ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਸੰਗਤ ਕਹਿ ਰਹੀ, ਮਹਾਰਾਜ ਅਸਚਰਜ ਹੈ, ਹੈਰਾਨੀ ਵਾਲੀ ਖੇਡ ਹੈ।
ਆਪ ਜੀ ਦੀ ਗਤ ਮਿਤ ਜਾਣੀ ਨਹੀਂ ਜਾਂਦੀ। ਮਾਨਵਿਆਨ ਅਨੇਕ ਮਿਲਾਨੇ, ਅਨੇਕਾਂ ਪ੍ਰਾਣੀ ਆ ਕੇ ਸਤਿਗੁਰਾਂ ਨੂੰ ਮਿਲਦੇ ਨੇ। ਜਿਤ ਦਿਸ਼ ਸ੍ਰੀ ਗੁਰ ਜਾਏ ਅਗਾਰੀ, ਜਿੱਧਰ ਜਿੱਧਰ ਸਤਿਗੁਰੂ ਜੀ ਜਾਂਦੇ ਹਨ, ਤਿਤ ਦਿਸ਼ ਗਵੇਂ ਹਜ਼ਾਰ ਪਿਛਾਰੀ। ਹਜ਼ਾਰਾਂ ਦੀ ਗਿਣਤੀ 'ਚ ਪ੍ਰਾਣੀ ਮਹਾਰਾਜ ਜੀ ਦੇ ਪਿੱਛੇ ਪਿੱਛੇ ਚੱਲਦੇ ਨੇ। ਸ਼੍ਰੀ ਨਾਨਕ ਨਾਮੋ, ਸਭ ਦੀ ਰਸਨਾ ਤੇ ਕੋ ਨਾਮ ਹੈ ਧੰਨ ਗੁਰੂ ਨਾਨਕ ਸਾਹਿਬ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਜੈ ਤੈ ਹੋਏ ਉਚਾਰ ਸੁਖ ਤਾਮੋ, ਜਿੱਥੇ ਕਿੱਥੇ ਇਹ ਨਾਮ ਸਾਹਿਬ ਜੀ ਦਾ ਉਚਾਰਨ ਹੋ ਰਿਹਾ ਹੈ, ਗਾਵੇਂ ਸ਼ਬਦ ਪੜੇ ਦਿੜ ਪ੍ਰੇਮਾ। ਸ਼ਬਦ ਪੜ੍ਹਦੇ ਨੇ ਪ੍ਰੇਮ ਸਹਿਤ, ਸ਼ਬਦਾਂ ਨੂੰ ਸਿੱਖ ਗਾਉਂਦੇ ਨੇ। ਕਰ ਵਿਚਾਰ ਹੋਏ ਚਿਤ ਸੁਖੀਮਾ, ਵਿਚਾਰ ਕਰਕੇ ਮੁਕਤੀ ਦੇ ਅਧਿਕਾਰੀ ਬਣਦੇ ਹਨ। ਸਤਜੁਗ ਵਿਖੇ ਬੇਣ ਭੂਪਾਲਾ। ਖਾਲਸਾ ਜੀ, ਸਤਯੁਗ ਦਾ ਸਮੇਂ ਵਿੱਚ ਇੱਕ ਰਾਜਾ ਹੋਇਆ, ਰਾਜਾ ਬੇਣ। ਇਹ ਬੜਾ ਧਰਮੀ ਰਾਜਾ ਸੀ, ਕਲੀ ਕਾਲ ਦੇ ਵਰਤਾਰੇ ਵਾਲਾ ਹੋਇਆ, ਸਤਯੁਗ ਵਿੱਚ ਹੈ। ਕਲੀ ਕਾਲ ਵਰਤਾਏ ਵਿਸਾਲਾ, ਇਹਨੇ ਸਤਯੁਗ ਵਿੱਚ ਕਲਯੁਗ ਵਰਤਾ ਦਿੱਤਾ ਸੀ। ਸਤਯੁਗ ਦੇ ਸਮੇਂ ਹੋਇਆ ਰਾਜਾ ਬੇਣੀ। ਐਡਾ ਪਾਪੀ ਸੀ, ਅਧਰਮੀ ਸੀ ਕਿ ਇਹਨੇ ਸਤਯੁਗ ਦੇ ਵਿੱਚ ਕਲਯੁਗ ਵਰਤਾ ਦਿੱਤਾ ਸੀ। ਚੋਰ ਦੁਸ਼ਟ ਅਗ ਕਰਤੇ ਅਨੇਕਾ, ਇਹਦੇ ਰਾਜ 'ਚ ਬੜੇ ਚੋਰ, ਪਾਪੀ, ਵਿਕਾਰੀ, ਇਦਾਂ ਦੀ ਭੈੜੀ ਬਿਰਤੀ ਦੇ ਲੋਕ ਪਾਪ ਕਰਦੇ ਸਨ। ਮੈਂ ਸਤ ਸੰਗਤ ਹੋਏ ਨਾ ਵਿਵੇਕਾ, ਨਾ ਇਹਦੇ ਸਮੇਂ ਸੰਗਤ ਹੁੰਦੀ ਸੀ, ਨਾ ਕਿਤੇ ਵਿਵੇਕ ਵਿਚਾਰਿਆ ਜਾਂਦਾ ਸੀ। ਸੋ ਸਤ ਯੁਗ ਕਲੀ ਕਾਲ ਮਝਾਰਾ। ਪਰ ਇੱਥੇ ਕਲਯੁਗ ਵਿੱਚ ਉਲਟ ਕੰਮ ਹੈ। ਗੁਰੂ ਨਾਨਕ ਸਾਹਿਬ ਨੇ ਕਲਯੁਗ ਦੇ ਵਿੱਚ ਸਤਯੁਗ ਵਰਤਾ ਦਿੱਤਾ ਹੈ। ਖਾਲਸਾ ਜੀ, ਕਲਯੁਗ ਸੰਸਾਰ ਦੇ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ ਨੂੰ ਰੱਬ ਚੇਤੇ ਨਹੀਂ ਆਉਂਦਾ, ਜਿਨ੍ਹਾਂ ਨੂੰ ਪਰਮੇਸ਼ਰ ਚੇਤੇ ਰਹਿੰਦਾ, ਜਿਹੜੇ ਕਥਾ ਕੀਰਤਨ ਦੇ ਪ੍ਰਵਾਹ ਵਿੱਚ ਆਉਂਦੇ ਆ, ਉਹਨਾਂ ਵਾਸਤੇ ਤਾਂ ਇਸ ਕਲਯੁਗ ਵਿੱਚ ਵੀ ਸਤਯੁਗ ਲੱਗਾ ਹੋਇਆ। ਸਤਿ ਸ੍ਰੀ ਅਕਾਲ। ਨਾ ਮਿਲਗੇ ਤੇ ਕਲਯੁਗ ਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਲਯੁਗ ਤਾਂ ਹੈ ਜੇ ਦਰਸ਼ਨ ਨਾ ਕਰੀਏ ਗੁਰੂ ਦੇ। ਕਹਿੰਦੇ ਧੰਨ ਨੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਕਲਯੁਗ ਦੇ ਵਿੱਚ ਸਤਯੁਗ ਲਾ ਦਿੱਤਾ ਹੈ। ਪ੍ਰਗਟ ਕੀਨ ਤਬ ਪ੍ਰਭੂ ਉਦਾਰਾ, ਸਤਯੁਗ ਪ੍ਰਗਟ ਕਰ ਦਿੱਤਾ। ਕਿਤੇ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਲੰਗਰ ਲੱਗ ਰਹੇ ਨੇ, ਗੁਰਮਤ ਵਿਚਾਰਾਂ ਹੋ ਰਹੀਆਂ ਨੇ, ਵਿਵੇਕ ਹੋ ਰਿਹਾ ਹੈ, ਭਲੇ ਕਰਮ ਚੱਲ ਰਹੇ ਹਨ। ਜੈ ਤੈ ਹੋਏ ਰਿਓ ਸਤ ਸੰਗਾ, ਕਿੱਥੇ ਕਿੱਥੇ ਸਤ ਸੰਗਤ ਹੋ ਰਹੀ ਹੈ। ਸਤ ਨਾਮ ਸਿਮਰੈ ਦੁਖ ਭੰਗਾ, ਸੱਚੇ ਨਾਮ ਦਾ ਸਿਮਰਨ ਕਰਦੇ ਜਿਹਦੇ ਨਾਲ ਦੁੱਖ ਭੰਨੇ ਜਾਂਦੇ ਹਨ। ਮਿਲੇ ਵਿਚਾਰੇ ਗਾਵੇਂ ਕੀਰਤ, ਮਿਲ ਕੇ ਵਿਚਾਰਦੇ ਨੇ ਸ਼ਬਦਾਂ ਨੂੰ ਔਰ ਕੀਰਤਨ ਕਰਦੇ ਨੇ ਸਿੱਖ। ਸ਼ੋਭਾ ਸਗਲ ਜਗਤ ਵਿਸਤੀਰਤ, ਸਾਰੇ ਜਗਤ ਵਿੱਚ ਸਤਿਗੁਰਾਂ ਦੀ ਸ਼ੋਭਾ ਪ੍ਰਗਟ ਹੋ ਰਹੀ ਹੈ। ਜੈ ਜੈਕਾਰ ਹੋਤ ਚੌ ਫੇਰਾ, ਚਾਰੇ ਪਾਸੇ ਜੈ ਜੈਕਾਰ ਦਾ ਨਾਦ ਗੂੰਜ ਰਿਹਾ ਹੈ। ਉਮਗਤ ਸਭ ਕੈ ਪ੍ਰੇਮ ਕਨੇਰਾ, ਸਭ ਦੇ ਹਿਰਦਿਆਂ 'ਚ ਪ੍ਰੇਮ ਉਮਗ ਰਿਹਾ ਹੈ। ਮਾਨਵ ਮਿਲੇ ਅਨੇਕ ਹਜ਼ਾਰਾ, ਹਜ਼ਾਰਾਂ ਦੀ ਗਿਣਤੀ 'ਚ ਪ੍ਰਾਣੀ ਆ ਕੇ ਮਿਲਦੇ ਕਰਤਾਰਪੁਰ ਸਾਹਿਬ। ਸਰਬ ਦੇਗ ਤੇ ਖਾਏ ਆਹਾਰਾ, ਗੁਰੂ ਕੇ ਲੰਗਰਾਂ 'ਚ ਸਭ ਲੰਗਰ ਛਕਦੇ ਹਨ। ਦਰਬ ਉਪਾਇਨ ਆਨੇ ਕੋਈ, ਕੋਈ ਮਾਇਆ ਲੈ ਕੇ ਆ ਰਿਹਾ ਹੈ, ਕੋਈ ਪਟਾਵਾ ਲੈ ਕੇ ਆ ਰਿਹਾ ਹੈ। ਕਹਤੇ ਲਈ ਨਾ ਫੇਰੇ ਸੋਈ, ਸਤਿਗੁਰੂ ਜੀ ਕਿਸੇ ਕੋਲੋਂ ਨਾ ਮਾਇਆ ਲੈਂਦੇ ਨੇ, ਨਾ ਭੇਟਾ ਲੈਂਦੇ ਨੇ, ਮੋੜ ਦਿੰਦੇ ਹਨ। ਸਵਾ ਜਾਮ ਨਿਸ ਜਾਏ ਇਸ਼ਨਾਨਾ, ਸਵਾ ਪਹਿਰ ਰਾਤ ਰਹਿੰਦੇ ਆ ਰੋਜ਼ਾਨਾ ਗੁਰੂ ਨਾਨਕ ਸਾਹਿਬ ਰਾਵੀ ਦਰਿਆ ਤੇ ਇਸ਼ਨਾਨ ਨੂੰ ਜਾਂਦੇ ਨੇ। ਜਲ ਮੈਂ ਤਿਸ਼ਟੈ ਕਿਰਪਾ ਨਿਦਾਨਾ, ਜਦੋਂ ਜਾਂਦੇ ਨੇ ਜਲ ਵਿੱਚ ਤੇ ਗਲੇ ਤੱਕ ਜਲ 'ਚ ਜਾ ਕੇ ਖਲੋ ਜਾਂਦੇ। ਤਕਰੀਬਨ ਇੱਕ ਪਹਿਰ ਤੱਕ ਮਹਾਰਾਜ ਜੀ ਜਲ 'ਚ ਖੜੇ ਸਾਧਨਾ ਕਰਦੇ ਆ, ਭਾਰੀ ਤਪੱਸਿਆ ਕਰਦੇ ਹਨ। ਔਰ ਹੋਤ ਲੋ ਠਾਂਡੇ ਰਹੀ, ਖਾਲਸਾ ਜੀ, ਇਹ ਕ੍ਰਿਤ ਮਹਾਰਾਜ ਸੁਲਤਾਨਪੁਰ ਸਾਹਿਬ ਵੀ ਇਹੀ ਕਰਦੇ ਸੀ ਰਵੇਈ ਨਦੀ ਦੇ ਵਿੱਚ, ਤੇ ਕਰਤਾਰਪੁਰ ਸਾਹਿਬ ਵੀ ਇਸੇ ਤਰ੍ਹਾਂ ਕਰਦੇ ਹਨ। ਕੰਠ ਸਮਾਨ ਜਾਏ ਜਲ ਐਹੀ, ਜਿੱਥੇ ਗਲੇ ਤੱਕ ਪਾਣੀ ਹੁੰਦਾ ਉੱਥੇ ਤਾਂ ਹੀ ਚਲੇ ਜਾਂਦੇ ਨੇ ਸਤਿਗੁਰੂ ਜੀ। ਲੈਣਾ ਜਾਏ ਸੰਗ ਤੈ ਕਾਲਾ, ਭਾਈ ਲਹਿਣਾ ਜੀ ਨਾਲ ਜਾਂਦੇ ਰੋਜ਼। ਭਾਈ ਲਹਿਣਾ ਜੀ ਇਸ਼ਨਾਨ ਕਰਕੇ ਬਾਹਰ ਕੰਢੇ ਤੇ ਆ ਜਾਂਦੇ, ਉਡੀਕਦੇ ਰਹਿੰਦੇ।
ਗੁਰੂ ਨਾਨਕ ਸਾਹਿਬ ਜੀ ਜਲ 'ਚ ਖਲੋਤੇ ਰਹਿੰਦੇ ਹਨ। ਸੇਵੇਂ ਸਤਿਗੁਰ ਚਰਨ ਰਸਾਲਾ। ਗੁਰੂ ਸਾਹਿਬ ਦੇ ਚਰਨਾਂ ਨੂੰ ਭਾਈ ਲਹਿਣਾ ਜੀ ਸੇਵਦੇ ਨੇ। ਹਿਮਰੁਤ ਹੁਤੀ ਸੀ ਤੇ ਅਧਿਕਾਈ। ਤੇ ਖਾਲਸਾ ਜੀ ਸਰਦੀਆਂ ਦੇ ਦਿਨ ਸਨ। ਹਿਮ ਰੁੱਤ ਕਹਿੰਦੇ ਸਰਦੀ ਨੂੰ। ਬਹੁਤ ਜ਼ਿਆਦਾ ਪਾਲਾ ਪੈਂਦਾ ਸੀ, ਠੰਡ ਪੈਂਦੀ ਸੀ। ਇੱਕ ਦਿਨ ਪੁਨ ਬਰਖਾ ਬਰਖਾਈ। ਉਹਦੇ ਦਿਨ ਹੋਣਗੇ, ਇੱਕ ਦਿਨ ਅੰਮ੍ਰਿਤ ਵੇਲੇ ਮੀਂਹ ਲੱਗ ਗਿਆ। ਸਤਿਗੁਰੂ ਜੀ ਜਲ 'ਚ ਇਸ਼ਨਾਨ ਕਰਨ, ਉਸੇ ਤਰ੍ਹਾਂ ਰੋਜ਼ ਦਾ ਨੇਮ ਸੀ ਗੁਰੂ ਨਾਨਕ ਪਾਤਸ਼ਾਹ ਦਾ, ਚਾਹੇ ਗਰਮੀ ਹੋਵੇ ਸਰਦੀ ਹੋਵੇ, ਗਲ ਤੱਕ ਜਾ ਕੇ ਪਾਣੀ 'ਚ ਖਲੋ ਜਾਣਾ। ਭਾਈ ਲਹਿਣਾ ਜੀ ਕੰਢੇ ਤੇ ਬੈਠੇ ਨੇ, ਉਹ ਉਡੀਕਦੇ ਨੇ। ਇਹਨੇ ਨੂੰ ਮੀਂਹ ਲੱਗ ਗਿਆ। ਜਲ ਮੈਂ ਪੈਠੇ ਗੁਨੀ ਗਹੀਰੰ। ਗੁਰੂ ਨਾਨਕ ਸਾਹਿਬ ਤਾਂ ਜਲ 'ਚ ਹੀ ਖਲੋਤੇ ਰਹੇ। ਲੈਣਾ ਬੈਠਿਓ ਸਰਤਾ ਤੀਰੰ। ਭਾਈ ਲਹਿਣਾ ਜੀ ਨਦੀ ਦੇ ਕੰਢੇ ਤੇ ਬੈਠੇ ਰਹੇ। ਪਇਓ ਸ਼ੀਤ ਤੈ ਕਾਲ ਬਿਸਾਲਾ। ਹੁਣ ਮੀਂਹ ਪੈਂਦਾ, ਹਵਾ ਚੱਲਦੀ, ਇੱਕਦਮ ਭਾਈ ਲਹਿਣਾ ਜੀ ਦੇ ਸਰੀਰ ਨੂੰ ਠੰਡ ਚੜ ਗਈ। ਭੀਗੇ ਚੀਰ ਨੀਰ ਕੇ ਨਾਲਾ। ਸਰੀਰ ਤੇ ਪਾਏ ਕੱਪੜੇ ਭਿੱਜ ਗਏ। ਸਰਦੀ ਤਬ ਲੈਣੇ ਕੋ ਵਿਆਪੀ। ਸਰੀਰ ਨੂੰ ਇੱਕਦਮ ਸਰਦੀ ਵਿਆਪੀ, ਠੰਡ ਨਾਲ ਦੰਦੋ ਡਿੱਕੀ ਲੱਗਣ ਲੱਗੀ। ਹਰ ਤਰ ਸੀਤ ਸੰਗ ਦੇਹ ਕਾਪੀ। ਹੱਥ ਤੇ ਪੈਰ ਤੇ ਸਰੀਰ ਠੰਡ ਨਾਲ ਠਰੂ ਠਰੂ ਕਰਕੇ ਕੰਬਣ ਲੱਗੇ। ਦੰਦ ਜੁਟੇ ਮੁਖ ਜਾਏ ਨਾ ਬੋਲਾ। ਫੁੱਲ ਨੀਲੇ ਹੋ ਗਏ, ਹੱਥ ਤੇ ਪੈਰ ਸੁੰਨ ਹੋ ਗਏ ਭਾਈ ਲਹਿਣਾ ਜੀ ਦੇ, ਤੇ ਦੰਦ ਜੁੜ ਗਏ ਤੇ ਮੂੰਹ ਤੋਂ ਕੁਝ ਬੋਲਿਆ ਨਹੀਂ ਜਾਂਦਾ। ਪਰਿਓ ਤਰਾ ਪੁਨ ਹੋਏ ਅਡੋਲਾ। ਇਹ ਅਡੋਲ ਜੇ ਹੋ ਕੇ ਜ਼ਮੀਨ ਦੇ ਉੱਤੇ ਹੀ ਡਿੱਗ ਪਏ ਠੰਡ ਨਾਲ। ਮੈਂ ਸੁਧ ਈਖਦ ਰਹੀ ਸਰੀਰਾ। ਪਰ ਗਏ ਨਹੀਂ ਕਿ ਸਤਿਗੁਰੂ ਬਾਹਰ ਆਉਣਗੇ ਫਿਰ ਜਾਵਾਂਗੇ, ਉੱਥੇ ਹੀ ਬੈਠੇ ਰਹੇ। ਅਖੀਰ ਨੂੰ ਜ਼ਮੀਨ ਤੇ ਡਿੱਗ ਕੇ ਬੇਸੁੱਧ ਹੋ ਗਏ, ਠੰਡ ਨਾਲ ਬੇਹੋਸ਼ ਹੋ ਗਏ। ਪਰ ਤੇ ਗਿਰੇ ਸੋ ਗੁਰ ਕੇ ਚੀਰਾ। ਗੁਰੂ ਨਾਨਕ ਸਾਹਿਬ ਦੇ ਬਸਤਰ ਸੀ ਹੱਥਾਂ ਵਿੱਚ, ਉਹ ਵੀ ਡਿੱਗ ਗਏ। ਤੈ ਚਿਨ ਨਿਕਸੇ ਵਹਿਰ ਗੁਸਾਈ। ਇਹਨੇ ਨੂੰ ਗੁਰੂ ਨਾਨਕ ਸਾਹਿਬ ਜੀ ਜਲ ਚੋਂ ਬਾਹਰ ਆਏ। ਵਿਖਿਓ ਦਾਸ ਸੁਧ ਜਾਏ ਨਾ ਕਾਈ। ਦੇਖਿਆ ਆਪਣਾ ਦਾਸ, ਆਪਣਾ ਸੇਵਕ ਵੀ ਬੇਸੁੱਧ ਹੋ ਕੇ ਡਿੱਗਾ ਪਿਆ। ਭੀਗ ਸਰੀਰ ਚੀਰ ਗਏ ਜਾਂ ਕੇ। ਸਰੀਰ ਦੇ ਕੱਪੜੇ ਭਿੱਜੇ ਹੋਏ ਨੇ। ਪਰੇ ਅਚੇਤ ਅੰਗ ਛਿਤ ਔਰ ਤਾਕੇ। ਅਚੇਤ ਤੇ ਬੇਹੋਸ਼ੀ ਦੀ ਹਾਲਤ 'ਚ ਡਿੱਗੇ ਪਏ ਹਨ। ਪਦ ਪੰਕਜ ਤਨ ਸੋ ਪਰਸਾਇਓ। ਗੁਰੂ ਨਾਨਕ ਸਾਹਿਬ ਨੇ ਆਪਣਾ ਸੋਹਣਾ ਜਿਹਾ ਚਰਨ ਭਾਈ ਲਹਿਣਾ ਜੀ ਦੇ ਸਰੀਰ ਨਾਲ ਸਪਰਸ਼ ਕੀਤਾ। ਸਰਬ ਅੰਗ ਤੇ ਸ਼ੀਤ ਨਸਾਇਓ। ਕਹਿੰਦੇ ਜਦੋਂ ਆਪਣਾ ਚਰਨ ਲਾਇਆ ਤੇ ਇਹੋ ਜੀ ਸੇਕ ਲੱਗਾ ਸਰੀਰ ਨੂੰ ਕਿ ਜਿੰਨੀ ਸਰਦੀ ਸੀ ਉਹ ਜਾਂਦੀ ਰਹੀ, ਗਰਮੀ ਆ ਗਈ ਤਨ ਵਿੱਚ। ਭਾਈ ਲਹਿਣਾ ਜੀ ਇੱਕਦਮ ਸੋਝੀ ਵਿੱਚ ਆ ਗਏ। ਭਾਈ ਉਸ਼ਨਤਾ ਸੁਧ ਹੋਏ ਆਈ। ਬੜਾ ਨਿੱਘ ਮਿਲਿਆ ਸਤਿਗੁਰਾਂ ਦੇ ਚਰਨਾਂ ਦਾ। ਉਸ ਨਿੱਘ ਨੂੰ ਮਾਣ ਕੇ ਇੱਕਦਮ ਸੁਰਤ ਵਿੱਚ ਆਏ। ਦੇਖ ਪਰਿਓ ਪਾਇਨ ਲਪਟਾਈ। ਸਤਿਗੁਰਾਂ ਨੂੰ ਵੇਖ ਕੇ ਭਾਈ ਲਹਿਣਾ ਜੀ ਗੁਰੂ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਬੂਝੇ ਉਦਾਸ ਤਬੇ ਜਗਨਾਥਾ। ਜਗਤਨਾਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਪੁੱਛਿਆ, ਕੌਣ ਹਾਲ ਬੀਤਿਓ ਤੁਝ ਸਾਥਾ। ਮਹਾਰਾਜ ਜੀ ਕਹਿੰਦੇ ਭਾਈ ਲਹਿਣਾ ਜੀ ਕੀ ਗੱਲ ਹੋ ਗਈ ਸੀ, ਏਦਾਂ ਬੇਸੁੱਧ ਹੋ ਕੇ ਕਿਵੇਂ ਡਿੱਗ ਪਏ। ਬੋਲਿਓ ਲੈਣਾ ਦੁਐ ਕਰ ਜੋਰੀ। ਭਾਈ ਲਹਿਣਾ ਜੀ ਨੇ ਹੱਥ ਜੋੜੇ ਤੇ ਬੋਲੇ, ਕਹਿਣ ਲੱਗੇ, ਸੁਨੀਏ ਪ੍ਰਭੂ ਦਸ਼ਾ ਜਸ ਮੋਰੀ। ਹੇ ਪ੍ਰਭੂ ਮੇਰੀ ਦਸ਼ਾ ਤੁਸੀਂ ਜਾਣਦੇ ਹੋ, ਸੁਣੋ। ਵਸਤਰ ਪੀਜ ਪਾ ਸ਼ੀਤ ਕਨੇਰਾ। ਮਹਾਰਾਜ ਕੱਪੜੇ ਮੀਂਹ ਨਾਲ ਭਿੱਜ ਗਏ, ਠੰਡ ਬਹੁਤ ਜ਼ਿਆਦਾ ਲੱਗੀ। ਟੁੱਟੇ ਦੰਤ ਤਨ ਗਿਰ ਗਿਓ ਮੇਰਾ। ਤੇ ਠੰਡ ਨਾਲ ਤਨ ਜੁੜ ਗਿਆ, ਦੰਦ ਜੁੜ ਗਏ ਤੇ ਸਰੀਰ ਡਿੱਗ ਪਿਆ। ਚਰਨ ਕਮਲ ਤੁਮ ਆਨ ਛੁਹਾਵਾ। ਆਪ ਜੀ ਦਾ ਚਰਨ ਕਮਲ ਸਪਰਸ਼ ਕਰਨ ਨਾਲ ਤਤ ਖਿਨ ਸਗਰੋ ਸ਼ੀਤ ਨਸਾਵਾ। ਤਤ ਛਿਨ ਮੇਰੀ ਸਰਦੀ ਦੂਰ ਹੋ ਗਈ, ਸਰੀਰ 'ਚ ਉਸ਼ਨਤਾਈ ਆ ਗਈ ਹੈ। ਅਬ ਸੁਚੇਤ ਪਾ ਮੋਰ ਸਰੀਰਾ। ਹੁਣ ਮੇਰਾ ਸਰੀਰ ਬਿਲਕੁਲ ਸੁਚੇਤ ਹੈ। ਰਾਵਰ ਪੰਜਤ ਹੋ ਸਭ ਪੀਰਾ। ਮਹਾਰਾਜ ਤੁਸੀਂ ਆਪਣਿਆਂ ਸੇਵਕਾਂ ਦੀਆਂ ਪਿੜਾਵਾਂ ਭੰਨਦੇ ਹੋ, ਆਪਣਿਆਂ ਸੇਵਕਾਂ ਦੇ ਦੁੱਖ ਭੰਨਦੇ ਹੋ, ਦੁੱਖ ਭੰਜਨ ਸਤਿਗੁਰੂ ਜੀ। ਸੁਨ ਬੋਲੇ ਸ਼੍ਰੀ ਪ੍ਰਭੂ ਕਿਰਪਾਲਾ। ਸੁਣ ਕੇ ਭਾਈ ਲਹਿਣਾ ਜੀ ਦੀ ਬੇਨਤੀ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ, ਓ ਕਾਲਤ ਜੋ ਕਾਲ ਵਿਸਾਲਾ। ਮਹਾਰਾਜ ਜੀ ਕਹਿੰਦੇ ਭਾਈ ਲਹਿਣਾ ਜੀ ਅਸੀਂ ਜਿਹੜੀ ਇਹ ਘਾਲਣਾ ਘਾਲ ਰਹੇ ਹਾਂ, ਅਨੇਕ ਪ੍ਰਕਾਰਨ ਜੋ ਤਪ ਕਰਨਾ। ਇਹ ਜਿਹੜਾ ਅਨੇਕ ਪ੍ਰਕਾਰ ਦਾ ਤਪ ਕਰਨਾ ਹੈ, ਸਭ ਸਿੱਖਨ ਇਤ ਲਖੋ ਅਚਰਨਾ। ਇਹ ਅਸੀਂ ਆਪਣੇ ਸਿੱਖਾਂ ਵਾਸਤੇ ਕਰ ਰਹੇ ਹਾਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਅਸੀਂ ਆਪਣੇ ਸਿੱਖਾਂ ਵਾਸਤੇ ਸਭ ਕੁਝ ਕਰ ਰਹੇ ਹਾਂ। ਇਹ ਘਾਲਣਾ ਕਮਾਈ ਕਰਨ ਦੀ ਮਰਿਆਦਾ ਪੰਥ ਵਿੱਚ ਚਲਾ ਰਹੇ ਹਾਂ। ਜੋ ਮੇਰੇ ਮੈਂ ਸ਼ਰਧਾ ਧਰੀ, ਜਿਹੜੇ ਗੁਰਸਿੱਖ ਮੇਰੇ ਤੇ ਸ਼ਰਧਾ ਰੱਖਦੇ ਹਨ, ਮਨ ਕਰ ਸ਼ਬਦ ਕਮਾਵਨ ਕਰੀ, ਔਰ ਜਿਹੜੇ ਮਨ ਕਰਕੇ ਮੇਰੇ ਸ਼ਬਦ ਨੂੰ ਕਮਾਉਂਦੇ ਨੇ, ਨਾਨਕ ਪੰਥੀ ਜਿਨ ਕੋ ਨਾਮ, ਜਿਨ੍ਹਾਂ ਦਾ ਨਾਮ ਗੁਰੂ ਨਾਨਕ ਪੰਥੀ ਹੈ। ਆਪਾਂ ਸਾਰੇ ਨਾਨਕ ਪੰਥੀ ਹਾਂ ਗੁਰੂ ਖਾਲਸਾ ਜੀ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਾ ਨਾਮ ਗੁਰੂ ਨਾਨਕ ਪੰਥੀ ਹੈ, ਵਾਹਿਗੁਰੂ ਜਪ ਰਹਿ ਤੇ ਆਕਾਮ, ਜਿਹੜੇ ਵਾਹਿਗੁਰੂ ਦਾ ਜਾਪ ਜਪ ਕੇ ਕਾਮਨਾ ਤੋਂ ਰਹਿਤ ਹੋ ਕੇ ਨਿਸ਼ਕਾਮ ਹੋ ਕੇ ਰਹਿੰਦੇ ਨੇ, ਸੋ ਜਮ ਕੋ ਨੈ ਦੇਖਨ ਪੈ, ਉਹ ਕਦੇ ਜੰਮਾਂ ਨੂੰ ਨਹੀਂ ਵੇਖਣਗੇ, ਉਹਨਾਂ ਨੂੰ ਕਦੇ ਜੰਮਾਂ ਦੇ ਰਾਹ ਤੇ ਨਹੀਂ ਜਾਣਾ ਪਵੇਗਾ। ਸੁਖ ਸੋ ਗਤ ਪ੍ਰਾਪਤ ਤਿਨ ਹੋਏ, ਸੁਖ ਸਹਿਤ ਉਹਨਾਂ ਨੂੰ ਮੁਕਤੀ ਤੇ ਕਲਿਆਣ ਪ੍ਰਾਪਤ ਹੋਵੇਗੀ। ਕਮਲ ਬਦਨ ਤੇ ਕੈ ਅਸਬਾਨੀ, ਕਮਲ ਬਦਨ ਮੁਖਾਰ ਬਿੰਦ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਾਣੀ ਇਹ ਬਚਨ ਕਹੇ, ਗੁਣਪੁਰ ਮੈਂ ਆਏ ਗੁਣ ਖਾਨੀ, ਗੁਣਾਂ ਦੀ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਆਪਣੇ ਨਗਰ ਆਏ। ਬੈਠਤ ਪੇ ਧਰਮਸਾਲ ਮਜਾਰੀ, ਧਰਮਸ਼ਾਲਾ ਵਿੱਚ ਆ ਕੇ ਗੁਰੂ ਘਰ ਚ ਬੈਠ ਕੇ ਦਰਸ਼ਨ ਦੇਣ ਲੱਗੇ। ਸੰਗਤ ਆਵੇ ਕਰੇ ਜੋਹਾਰੀ, ਬੇਅੰਤ ਸੰਗਤਾਂ ਸਤਿਗੁਰਾਂ ਦੇ ਚਰਨਾਂ ਚ ਆਉਂਦੀਆਂ ਤੇ ਮਹਾਰਾਜ ਜੀ ਨੂੰ ਪ੍ਰਣਾਮ ਕਰਦੀਆਂ ਹਨ। ਕਰਨ ਲਗੇ ਤਪ ਕਰੂਰ ਬਡੇਰਾ, ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਬੜੀ ਕਰੜੀ ਤਪੱਸਿਆ ਕਰਨ ਲੱਗੇ। ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਚ ਕੀਤਾ ਹੈ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਾਈ। ਇਹੋ ਜੀ ਕਰੜੀ ਤਪੱਸਿਆ ਗੁਰੂ ਨਾਨਕ ਸਾਹਿਬ ਕਰਨ ਲੱਗੇ। ਪੁਰ ਕੇ ਨਿਕਟ ਨੀਕ ਥਲ ਏਰਾ, ਕਰਤਾਰਪੁਰ ਸਾਹਿਬ ਦੇ ਨਾਲ ਬਾਰ-ਬਾਰ ਇੱਕ ਭਲਾ ਥਾਂ ਇਕਾਂਤ ਵਾਲਾ ਵੇਖਿਆ। ਕਹਾਂ ਕੀਨ ਇੱਕ ਕੁਟੀ ਨਿਰਾਲੀ, ਉੱਥੇ ਮਹਾਰਾਜ ਜੀ ਨੇ ਇੱਕ ਛੋਟੀ ਜੀ ਵੱਖਰੀ ਕੁਟੀਆ ਬਣਾ ਲਈ। ਰੋਰਨ ਸੇਜ ਡਸਾਏ ਦੁਖਾਲੀ, ਥੱਲੇ ਰੋੜਿਆਂ ਦੀ ਸੇਜ ਵਿਛਾ ਲਈ ਜਿਹੜੀ ਸਰੀਰ ਨੂੰ ਦੁੱਖ ਦੇਵੇ। ਨਿਜ ਸਰੀਰ ਕੇ ਸਮ ਬਨਵਾਈ, ਜਿੰਨਾ ਕੁ ਸਾਹਿਬ ਦਾ ਸਰੀਰ ਹੈ ਓਨੀ ਕੁ ਸਰੀਰ ਜਿੰਨੀ ਉਹ ਰੋੜਾਂ ਦੀ ਸੇਜ ਜਿਹੜੀ ਹੈ ਉਹ ਮਹਾਰਾਜ ਜੀ ਨੇ ਨਿੱਕੇ ਨਿੱਕੇ ਪੱਥਰ ਕੰਕਰ ਉਹਨਾਂ ਦੀ ਸੇਜਾ ਵਿਛਾ ਲਈ। ਥਾਏ ਸ਼ੇਸ਼ ਨੇ ਜਹਾਂ ਰਹਾਈ, ਤੇ ਕਹਿੰਦੇ ਕੁਟੀਆ ਵੀ ਓਨੀ ਕੁ ਹੈ ਜਿੰਨੀ ਕੁ ਚ ਮਹਾਰਾਜ ਜੀ ਦਾ ਆਸਣ ਲੱਗ ਜਾਵੇ। ਓਡੇ ਬੈਠੇ ਰਹੇ ਤੇ ਮਾਈ, ਉਹਦੇ ਤੇ ਹੀ ਪਾਤਸ਼ਾਹ ਬੈਠਦੇ ਨੇ ਤੇ ਉਹ ਰੋੜਾਂ ਦੀ ਜਿਹੜੀ ਸੇਜ ਹੈ ਉਹਦੇ ਤੇ ਹੀ ਲੇਟਦੇ ਨੇ। ਕਰਨ ਇਸ਼ਨਾਨ ਸਮੇਂ ਦੋਏ ਜਾਈ, ਤੇ 2 ਵੇਲੇ ਮਹਾਰਾਜ ਜੀ ਉੱਥੋਂ ਬਾਹਰ ਨਿਕਲ ਕੇ ਇਸ਼ਨਾਨ ਕਰਨ ਲਈ ਜਾਂਦੇ, ਮੁੜ ਕੇ ਫੇਰ ਉੱਥੇ ਹੀ ਆ ਜਾਂਦੇ ਨੇ। ਚੌਂ ਦਿਸ਼ ਤੇ ਨਰ ਆਏ ਵਿਸ਼ਾਲਾ, ਚਾਰਾਂ ਦਿਸ਼ਾਵਾਂ ਤੋਂ ਸੰਗਤ ਆਉਂਦੀ ਹੈ। ਦਰਸ ਬਿਲੋਕ ਤਰੇ ਪਦ ਪਾਲਾ, ਦਰਸ਼ਨ ਕਰਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੀਆਂ ਨੇ ਸੰਗਤਾਂ। ਕਰੇ ਕਾਮਨਾ ਹਿਰਦੇ ਜੋਈ, ਜੋ ਮਨ ਚ ਕਾਮਨਾ ਧਾਰ ਕੇ ਸੰਗਤ ਆਉਂਦੀ ਹੈ, ਪੂਰਨ ਹੋਏ ਸਰਬ ਕੀ ਸੋਈ, ਸਭ ਦੀਆਂ ਕਾਮਨਾਵਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਪੂਰਨ ਕਰਦੇ ਹਨ। ਯੁਗਲ ਕਾਲ ਪਲ ਬਨੇ ਆਹਾਰਾ, 2 ਵੇਲੇ ਗੁਰੂ ਪਾਤਸ਼ਾਹ ਲਈ ਲੰਗਰ ਪੱਕਦਾ ਹੈ। ਅਜਵੇਂ ਰੁਚੀ ਅਨੁਸਾਰ ਅਪਾਰਾ, ਰੁਚੀ ਅਨੁਸਾਰ ਮਹਾਰਾਜ ਜੀ ਭੋਜਨ ਛਕਦੇ ਹਨ। ਬਹੁਤ ਰਸੋਈਏ ਦੇਗ ਕਰੇ, ਗੁਰੂ ਕੇ ਲੰਗਰਾਂ 'ਚ ਬਹੁਤ ਸਾਰੇ ਲਾਂਗਰੀ ਸੇਵਾਦਾਰ ਸੇਵਾ ਕਰਦੇ, ਲੰਗਰ ਪਕਾਉਂਦੇ ਨੇ। ਜਿਤਕ ਅੰਨ ਚੈ ਤੇਤਕ ਲਈ, ਜਿੰਨਾ ਕੰਨ ਚਾਹੀਦਾ ਹੈ ਰਸਤਾ ਬਸਤਾ ਉਨੀਆਂ ਲੈ ਲੈਂਦੇ ਨੇ। ਨੀਕੀ ਰੀਤ ਸੁਧਾਰ ਬਣਾਵੇ, ਔਰ ਬੜੇ ਸੋਹਣੇ ਢੰਗ ਨਾਲ ਲਾਂਗਰੀ ਲੰਗਰ ਪਕਾਉਂਦੇ ਨੇ। ਇਹ ਨਹੀਂ ਵੀ ਦਾਲ 'ਚ ਪਾਣੀ ਵੱਖਰਾ ਟੁਰਿਆ ਫਿਰੇ, ਪਿਆਜ਼ ਨਜ਼ਰ ਨਾ ਆਵੇ ਤੇ ਦਾਲ ਕਿਤੇ। ਬੜੇ ਸੋਹਣੇ ਢੰਗ ਨਾਲ ਲੰਗਰ ਦਾਲ ਪ੍ਰਸ਼ਾਦਾ ਤਿਆਰ ਕਰਦੇ ਨੇ। ਜਿਨ ਤੇ ਸਵਾਦ ਮਾ ਸ਼ੁਭ ਆਵੇ, ਜਿਹਦੇ 'ਚ ਰੱਜ ਕੇ ਭਾਰੀ ਸਵਾਦ ਆਉਂਦਾ ਸੰਗਤ ਨੂੰ ਛਕਣ ਵੇਲੇ। ਸਰਬ ਤਿਆਰ ਹੋਏ ਭੋਜਨ ਜਬਈ, ਏਦਾਂ ਜਦੋਂ ਸਰਬ ਪ੍ਰਕਾਰ ਨਾਲ ਭੋਜਨ ਤਿਆਰ ਹੋ ਜਾਂਦਾ ਲਾਂਗਰੀ ਸਿੰਘਾਂ ਵੱਲੋਂ, ਜਾਏ ਰਸੋਈਆ ਗੁਰ ਟਿਗ ਤਬਈ, ਫਿਰ ਜਿਹੜਾ ਵੱਡਾ ਲਾਂਗਰੀ ਹੈ ਉਹ ਜਾ ਕੇ ਸਤਿਗੁਰਾਂ ਦੇ ਪਾਸ ਬੇਨਤੀ ਕਰਨ ਲਈ ਪਹੁੰਚਦਾ ਹੈ। ਹੱਥ ਬਾਂਧੋ ਏ ਠਾਂਡੋ ਰਹਿ, ਹੱਥ ਬੰਨ ਕੇ ਮਹਾਰਾਜ ਜੀ ਦੇ ਸਾਹਮਣੇ ਜਾ ਕੇ ਲਾਂਗਰੀ ਖਲੋ ਜਾਂਦਾ ਹੈ। ਨਿਜ ਮੁਖ ਤੇ ਕੋ ਬਚਨ ਨ ਕਹਿ, ਕਹਿੰਦਾ ਨਹੀਂ ਕੁਝ, ਬਸ ਜਾ ਕੇ ਖਲੋ ਜਾਂਦਾ ਹੈ। ਬੀਤੇ ਕਿਤਕ ਕਾਲ ਅਸਤਾਈ, ਉਹਨੂੰ ਖਲੋਤਿਆਂ ਨੂੰ ਜਦੋਂ ਕੁਝ ਸਮਾਂ ਸਤਿਗੁਰਾਂ ਕੋਲ ਬੀਤ ਜਾਂਦਾ ਹੈ, ਜਬ ਲੋ ਪ੍ਰਭੂ ਬਿਲੋਕੇ ਨਾਈ, ਜਦੋਂ ਤੱਕ ਮਹਾਰਾਜ ਲਾਂਗਰੀ ਵੱਲ ਵੇਖਦੇ ਨਹੀਂ ਸਨ, ਨੇਤਰ ਬੰਦ ਹੁੰਦੇ ਸੀ,
ਜਦੋਂ ਤੱਕ ਅੱਖਾਂ ਖੋਲ ਕੇ ਵੇਖਦੇ ਨਹੀਂ ਲਾਂਗਰੀ ਵੱਲ, ਉਦੋਂ ਤੱਕ ਲਾਂਗਰੀ ਉੱਥੇ ਹੀ ਖਲੋਤਾ ਰਹਿੰਦਾ ਹੱਥ ਜੋੜ ਕੇ। ਸਹਿਜ ਸੁਭਾਏ ਦ੍ਰਿਸ਼ਟ ਗੁਰ ਪਰਈ, ਸਹਿਜੇ ਜਦੋਂ ਪਾਤਸ਼ਾਹ ਦ੍ਰਿਸ਼ਟੀ ਕਰਕੇ ਲਾਂਗਰੀ ਵੱਲ ਵੇਖਦੇ, ਵਿਪਰ ਸੰਗੇ ਅਸ ਬਚਨੀ ਉਚਰਈ। ਲਾਂਗਰੀ ਨੂੰ ਸਤਿਗੁਰੂ ਜੀ ਏਦਾਂ ਬਚਨ ਕਰਦੇ। ਏ ਦਿਜ ਭੋਜਨ ਭਇਓ ਤਿਆਰੀ। ਮਹਾਰਾਜ ਜੀ ਕਹਿੰਦੇ ਹਾਂ ਜੀ ਲੰਗਰ ਹੋ ਗਿਆ ਤਿਆਰ। ਲਾਂਗਰੀ ਨੂੰ ਪੁੱਛਦੇ ਸਤਿਗੁਰੂ, ਆਏ ਹਕਾਰਨ ਕਹੋ ਉਚਾਰੀ। ਬੁਲਾਣ ਆਇਆ ਲੰਗਰ ਵਾਸਤੇ, ਏਦਾਂ ਸਤਿਗੁਰੂ ਪੁੱਛਦੇ। ਸ਼੍ਰੀ ਪ੍ਰਭ ਤੁਮਰੀ ਕਰੁਣਾ ਕਰਕੇ, ਤੇ ਲਾਂਗਰੀ ਹੱਥ ਜੋੜ ਕੇ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਨਾਲ ਭਇਓ ਆਹਾਰ ਤਿਆਰ ਸੁਧਰ ਕੇ। ਲੰਗਰ ਤਿਆਰ ਹੋ ਗਿਆ ਪਾਤਸ਼ਾਹ ਜੀ। ਤਬ ਤੈ ਸੰਗ ਜਾਏ ਜਗ ਸਾਈ। ਮਹਾਰਾਜ ਫਿਰ ਲਾਂਗਰੀ ਨਾਲ ਉੱਠ ਕੇ ਆਉਂਦੇ ਰੋੜਾਂ ਦੀ ਸੇਜਾ ਤੋਂ ਹੀ, ਉੱਥੋਂ ਉੱਠ ਕੇ ਲਾਂਗਰੀ ਦੇ ਨਾਲ ਆਉਂਦੇ। ਰੁਚੀ ਅਨੁਸਾਰ ਸੋ ਭੋਜਨ ਖਾਈ। ਜਿੰਨੀ ਇੱਛਾ ਹੋਣੀ ਰੁਚੀ ਅਨੁਸਾਰ ਮਹਾਰਾਜ ਜੀ ਨੇ ਇੱਕ ਅੱਧਾ ਪ੍ਰਸ਼ਾਦਾ ਛਕਣਾ। ਬੌਰ ਦੇਗ ਵਰਤੇ ਪਛਾਤੀ। ਫਿਰ ਸਾਰੀ ਸੰਗਤ ਵਿੱਚ ਲੰਗਰ ਵਰਤਦਾ। ਸਰਬ ਸੰਗਤਾਂ ਹੋਏ ਅਕਾਤੀ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਲੰਗਰਾਂ ਵਿੱਚ ਆਉਂਦੀਆਂ ਹਨ। ਦੋਨੋਂ ਸਮੇਂ ਭਾਂਤੇ ਸੇ ਹੋਏ। ਦੋਵੇਂ ਵੇਲੇ ਇਸੇ ਤਰ੍ਹਾਂ ਇਹ ਮਰਿਆਦਾ ਹੁੰਦੀ ਹੈ। ਆਵੇਂ ਖਾਏ ਨਾ ਹਟ ਕੇ ਕੋਏ। ਜਿਹੜਾ ਮਰਜ਼ੀ ਆ ਕੇ ਛਕੇ, ਕਿਸੇ ਨੂੰ ਨਹੀਂ ਰੋਕਿਆ ਜਾਂਦਾ। ਜਿਹੜਾ ਮਰਜ਼ੀ ਜਾਏ ਰੋਜ਼ ਆਵੇ, ਕਿਸੇ ਨੂੰ ਨਹੀਂ ਰੋਕਿਆ ਵਰਜਿਆ ਜਾਂਦਾ। ਜਿਵੇਂ ਅੱਜ ਕੱਲ ਕਈ ਵਾਰੀ ਵੇਖਣ ਨੂੰ ਮਿਲਦਾ ਵਰਤਾਰਾ, ਜੇ ਕੋਈ ਰੋਜ਼ ਛਕਣ ਆ ਜਾਏ, ਕਈ ਵਾਰੀ ਲਾਂਗਰੀ ਅੱਗੋਂ ਥਾਲੀ ਤੱਕ ਵੀ ਚੁੱਕ ਲੈਂਦੇ ਵੀ ਤੂੰ ਅੱਜ ਫੇਰ ਆ ਗਿਆ, ਕੱਲ ਵੀ ਆਇਆ ਸੀ, ਪਰਸੋਂ ਵੀ ਆਇਆ ਸੀ। ਇਦਾਂ ਦਾ ਵਰਤਾਰਾ ਨਹੀਂ ਸੀ ਹੁੰਦਾ ਗੁਰੂ ਘਰਾਂ ਵਿੱਚ। ਜਿਹੜਾ ਭੁੱਖਾ ਹੈ ਉਹੀ ਪ੍ਰਸ਼ਾਦਾ ਛਕਣ ਆਉਂਦਾ ਭਾਈ। ਇਹ ਗੁਰੂ ਕਾ ਲੰਗਰ ਭੁੱਖਿਆਂ ਨੂੰ ਭੋਜਨ ਛਕਾਉਣ ਵਾਸਤੇ, ਰੱਜਿਆਂ ਨੂੰ ਰਜਾਉਣ ਵਾਸਤੇ ਥੋੜੀ ਹੈ। ਜਿਹੜਾ ਭੁੱਖਾ ਹੈ ਉਹਦੇ ਲਈ ਭੋਜਨ ਹੈ, ਕੋਈ ਨਹੀਂ ਕਿਸੇ ਨੂੰ ਰੋਕਿਆ ਜਾਂਦਾ। ਦਰਸ਼ਨ ਦੇਖੇ ਪੂਰੇ ਆਸਾ। ਜਿਹੜਾ ਆ ਕੇ ਦਰਸ਼ਨ ਕਰਦਾ ਮਹਾਰਾਜ ਜੀ ਦੇ, ਉਹਨਾਂ ਦੀਆਂ ਆਸਾਂ ਪੂਰਨ ਹੁੰਦੀਆਂ ਹਨ। ਬੜੇ ਸ਼ਬਦ ਕਰ ਪ੍ਰੇਮ ਹੁਲਾਸਾ। ਪ੍ਰੇਮ ਸਹਿਤ ਮਹਾਰਾਜ ਜੀ ਦੇ ਚਰਨਾਂ ਵਿੱਚ ਲੰਗਰ ਛਕਦੇ ਹਨ ਤੇ ਸ਼ਬਦ ਪੜ੍ਹਦੇ ਹਨ। ਇਤਕ ਸਮੀਪ ਰਹੇ ਸੁਖ ਪਾਈ। ਕਈ ਮਹਾਰਾਜ ਜੀ ਦੇ ਪਾਸ ਰਹਿੰਦੇ ਸੁਖ ਪ੍ਰਾਪਤ ਕਰਦੇ ਨੇ। ਇਤਕ ਦਰਸ ਕਰ ਸਦਨ ਸਿਧਾਈ। ਕਈ ਦਰਸ਼ਨ ਕਰਕੇ ਮਹਾਰਾਜ ਜੀ ਕੋਲੋਂ ਵਿਦਾ ਹੁੰਦੇ ਹਨ। ਇਸ ਪ੍ਰਕਾਰ ਬੀਤਿਓ ਕਿਤ ਕਾਲਾ। ਇਸੇ ਤਰ੍ਹਾਂ ਕੁਝ ਸਮਾਂ ਬੀਤ ਗਿਆ। ਬੌਰ ਤਪੇ ਤਪ ਕਠਨ ਕਿਰਪਾਲਾ। ਸਤਿਗੁਰੂ ਜੀ ਬੜੀ ਕਰੜੀ ਤਪੱਸਿਆ ਗੁਰੂ ਨਾਨਕ ਸਾਹਿਬ ਕਰਨ ਲੱਗੇ ਹਨ। ਭੋਜਨ ਤਜਿਓ ਨਾ ਅਚੇ ਕਦਾਈ। ਪਾਤਸ਼ਾਹ ਨੇ ਹੁਣ ਭੋਜਨ ਛਕਣਾ ਛੱਡ ਦਿੱਤਾ ਹੈ। ਪਹਿਲਾਂ ਥੋੜਾ ਕਰਦਿਆਂ ਇੱਕ ਤੋਂ ਅੱਧੇ ਤੋਂ ਆਉਂਦਿਆਂ ਅੱਠੀ ਪਹਿਰੀ ਤੋਂ ਪਾਤਸ਼ਾਹ ਨੇ 16 ਪਹਿਰਾਂ ਤੋਂ ਫਿਰ ਅਖੀਰ ਭੋਜਨ ਛੱਡ ਦਿੱਤਾ। ਇੱਕ ਅਰਕ ਫੁੱਲ ਖਾਏ ਮੰਗਾਈ। ਅੱਕ ਦਾ ਇੱਕ ਫੁੱਲ ਮੰਗਾ ਕੇ ਮਹਾਰਾਜ ਜੀ ਛਕਦੇ, ਜਿਹਦੀ ਗਵਾਹੀ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ 'ਚ ਭਰੀ ਹੈ। ਤਿਸ ਪ੍ਰਕਾਰ ਨਿਸ ਦਿਓਸ ਬਿਤਾਵੇ। ਰਾਤ ਦਿਨ ਉਸ ਅੱਕ ਦਾ ਫੁੱਲ ਖਾ ਕੇ ਬਤੀਤ ਕਰਦੇ ਨੇ। ਇੱਕ ਫੁੱਲ ਖਾਂਦੇ ਅੱਠੀ ਪਹਿਰੀ। ਪੁਨ ਜਲ ਆਦ ਨ ਕੰਠ ਪੁਚਾਵੇ। ਫਿਰ ਤਾਂ ਮਹਾਰਾਜ ਜੀ ਨੇ ਜਲ ਵੀ ਤਿਆਗ ਦਿੱਤਾ। ਦੋਏ ਕੋਸ ਲਗ ਕੀਨ ਨਿਸ਼ਾਨੀ। ਦੋ ਕੋ ਤੱਕ ਆਲੇ ਦੁਆਲੇ ਨਿਸ਼ਾਨੀ ਲਾ ਲਈ। ਜਿੱਥੇ ਮਹਾਰਾਜ ਜੀ ਨੇ ਕੁਟੀਆ ਬਣਾਈ ਹੈ ਨਾ, ਉਹਦੇ ਆਲੇ ਦੁਆਲੇ 2 ਕੋਹ ਤੱਕ ਨਿਸ਼ਾਨੀ ਲਾ ਲਈ। ਤਿਨ ਕੇ ਵਿੱਚ ਵਿਚਰਤ ਗੁਣ ਖਾਨੀ। ਉਹਦੇ ਵਿੱਚ ਹੀ ਸਤਿਗੁਰੂ ਜੀ ਵਿਚਰਦੇ ਨੇ, ਉਹਦੇ ਤੋਂ ਬਾਹਰ ਨਹੀਂ ਜਾਂਦੇ। ਸ਼੍ਰੀ ਮੁਖ ਤੇ ਸ਼ੁਭ ਸ਼ਬਦ ਉਚਾਰੇ। ਔਰ ਆਪਣੇ ਮੁਖੋਂ ਗੁਰਬਾਣੀ ਉਚਾਰਦੇ ਗੁਰੂ ਨਾਨਕ ਪਾਤਸ਼ਾਹ। ਠਾਂਡੇ ਸਗਰੋ ਦਿਓਸ ਗੁਜਾਰੇ। ਕਈ ਵੇਰੀ ਤਾਂ ਸਾਰਾ ਦਿਨ ਖਲੋਤਿਆਂ ਹੀ ਬਤੀਤ ਕਰ ਦਿੰਦੇ ਸਤਿਗੁਰੂ ਜੀ। ਦੋਹਰਾ ਇਤ ਤੇ ਉਤ ਤੇ ਸੋ ਇਤ ਬਾਸੁਰ ਕਰੇ ਬਿਹਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਈ ਵਾਰ ਇੱਧਰ ਤੋਂ ਉਧਰ ਤੋਂ ਇੱਧਰ ਚਲਦਿਆਂ ਟੁਰਦਿਆਂ ਹੀ ਮਹਾਰਾਜ ਜੀ ਸਾਰਾ ਦਿਨ ਬਤੀਤ ਕਰਦੇ ਹਨ। ਕਰ ਕੁਪੀਨ ਕਟ ਤਾਂਬਰ ਕੀ ਸਿਰ ਦੁਕੂਲ ਸੁਹਾਏ। ਪਾਤਸ਼ਾਹ ਦੇ ਤੇੜ ਇੱਕ ਚਾਦਰਾ ਤੇ ਸੀਸ ਤੇ ਛੋਟਾ ਦਸਤਾਰਾ ਮਹਾਰਾਜ ਜੀ ਨੇ ਸਜਾਇਆ ਹੋਇਆ ਹੈ। ਚੋਪਈ ਸਗਰੇ ਤਿਆਗੇ ਅਪਰਜ ਚੀਰਾ। ਬਾਕੀ ਤਨ ਤੇ ਹੋਰ ਕੋਈ ਵਸਤਰ ਨਹੀਂ ਹੈ।
ਫਿਰੇ ਪ੍ਰਭੂ ਹੋਏ ਨਗਨ ਸਰੀਰਾ ਪੈਰਾਂ 'ਚ ਜੋੜਾ ਨਹੀਂ, ਇਸ ਤਰ੍ਹਾਂ ਸਤਿਗੁਰੂ ਜੀ ਵਿਚਰਦੇ ਹਨ। ਬੋਰੋ ਆਏ ਵਿਭਾਵਰ ਜਬਈ ਖਾਲਸਾ ਜੀ ਇਸੇ ਤਰ੍ਹਾਂ ਜਦੋਂ ਰਾਤ ਆ ਜਾਂਦੀ ਹੈ, ਸਥਿਤ ਹੋਏ ਕੁਟੀ ਮੈਂ ਤਬਈ ਰਾਤ ਨੂੰ ਜਿਹੜੀ ਉਹ ਰੋੜਾਂ ਦੀ ਸੇਜ ਹੈ ਉਹਦੇ ਤੇ ਮਹਾਰਾਜ ਜੀ ਲੇਟਦੇ ਜਾਂ ਬੈਠਦੇ ਨੇ। ਸੇਜਾ ਰੋਰਨ ਕੀ ਜੋ ਬਣਾਈ ਰੋੜਾਂ ਦੀ ਜਿਹੜੀ ਉਹ ਸੇਜਾ ਬਣਾਈ ਹੋਈ ਉਹਦੇ ਤੇ ਸਜਦੇ ਹਨ। ਤਿੱਥੈ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਇਹੋ ਜੀ ਅਵਸਥਾ ਵਿੱਚ ਮਹਾਰਾਜ ਜੀ ਟਿਕੇ ਹੋਏ ਨੇ। ਨੀਂਦ ਭੂਖ ਸਭ ਪਰ ਹਰ ਤਿਆਗੀ, ਸੁੰਨੇ ਸੁੰਨ ਸਮਾਵੈ, ਐਸੀ ਅਵਸਥਾ ਵਿੱਚ ਹਨ। ਤੈ ਪਰ ਪੋੜ ਰਹੇ ਗਤਦਾਈ ਮੁਕਤੀ ਦਾਤੇ ਸਤਿਗੁਰੂ ਰੋੜਾਂ ਦੀ ਸੇਜਾ ਤੇ ਲੇਟਦੇ ਨੇ। ਬੜੀ ਪੋਰੋਟ ਸਰਤਾ ਤੀਰਾ ਫਿਰ ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਰਾਵੀ ਤੇ ਜਾਂਦੇ, ਜਾਏ ਸਮਝੇ ਗੁਨੀ ਗਈ ਔਰ ਜਾ ਕੇ ਇਸ਼ਨਾਨ ਕਰਦੇ ਗੁਣੀ ਗਹੀਰ ਸਤਿਗੁਰੂ। ਕਰੀ ਨਿਸ਼ਾਨੀ ਤਿਨ ਕੇ ਮਾਈ ਉਹਦੀ ਵੀ ਨਿਸ਼ਾਨੀ ਲਾਈ ਹੋਈ ਮਹਾਰਾਜ ਜੀ ਨੂੰ। ਦੋ ਕੋਹ ਦੇ ਵਿੱਚ ਹੀ ਆ ਉਹ ਨਿਸ਼ਾਨੀ। ਵਿਚਰੇ ਪੁਨ ਬੈਠੇ ਪ੍ਰਭ ਨਾਈ ਉਹਦੇ ਵਿੱਚ ਹੀ ਵਿਚਰਦੇ ਰਹਿੰਦੇ ਮਹਾਰਾਜ। ਦਿਨੇ ਤਾਂ ਬੈਠਦੇ ਹੀ ਨਹੀਂ, ਸਾਰਾ ਦਿਨ ਹੀ ਟੁਰੇ ਰਹਿੰਦੇ ਮਹਾਰਾਜ ਸੱਜੇ ਤੋਂ ਖੱਬੇ। ਇਤਕ ਕਾਲ ਇਉ ਬਿਤਵਨ ਕੀਨਾ ਇਸੇ ਤਰ੍ਹਾਂ ਕੁਝ ਮਹੀਨੇ ਬੀਤ ਗਏ। ਬੌਰ ਅਰਕ ਫੁੱਲ ਸੋ ਤਜ ਦੀਨਾ ਮਹਾਰਾਜ ਜੀ ਨੇ ਅੱਕ ਦਾ ਫੁੱਲ ਵੀ ਛੱਡ ਦਿੱਤਾ। ਸਿਕਤਾ ਇੱਕ ਮਾਸਾ ਮੁਖ ਪਾਵੇ ਕਹਿੰਦੇ ਇੱਕ ਮਾਸਾ ਪਰ ਮਿੱਟੀ ਦਾ ਕਿਣਕਾ ਚੁੱਕ ਕੇ ਬਸ ਉਹੀ ਰਸਨਾ ਤੇ ਰੱਖ ਲੈਂਦੇ। ਤਿਆਗਿਓ ਔਰ ਨਹੀਂ ਕੁਛ ਖਾਵੇ ਹੋਰ ਕੁਝ ਨਹੀਂ ਮਹਾਰਾਜ ਜੀ ਛਕਦੇ। ਤੇਰੇ ਮੁਖ ਪੰਕਜ ਬਚਨੀ ਅਲਾਵਾ ਔਰ ਆਪਣੇ ਮੁਖੋਂ ਮਹਾਰਾਜ ਜੀ ਬਚਨ ਉਚਾਰਦੇ। ਗੁਰੂ ਨਾਨਕ ਸਾਹਿਬ ਕੀ ਬਚਨ ਉਚਾਰਦੇ ਨੇ, ਸੁਣੋ ਭਾਈ। ਨਾਉ ਸੁਹਾਵਾ ਵਕਤ ਸੁਹਾਵਾ ਤੇਰਾ ਵਖਤ ਸੁਹਾਵਾ, ਅਮਰਤ ਤੇਰੀ ਬਾਣੀ, ਸੇਵਕ ਸੇਵੈ ਭਾਉ ਕਰ, ਲਾਗਾ ਸਾਉ ਪ੍ਰਾਣੀ। ਮਹਾਰਾਜ ਜੀ ਕਹਿੰਦੇ ਆਹ ਕੈਸਾ ਸੋਹਣਾ ਵਕਤ ਹੈ, ਤੇਰਾ ਵਕਤ ਸੁਹਾਵਾ। ਜਿਹੜੇ ਸਮੇਂ 'ਚ ਬੰਦਗੀ ਹੋਵੇ ਉਹ ਸਮਾਂ ਭਲਾ ਹੀ ਹੁੰਦਾ ਨਾ। ਮਹਾਰਾਜ ਕਹਿੰਦੇ ਕੈਸਾ ਸੋਹਣਾ ਵਕਤ ਹੈ, ਤੇਰਾ ਨਾਮ ਸੁਹਾਵਾ। ਕਹਿੰਦੇ ਪਰਮੇਸ਼ਰ ਦਾ ਨਾਮ ਕਿੱਡਾ ਸੁਹਾਵਣਾ, ਤੇ ਜਦੋਂ ਇਹ ਨਾਮ ਜਪੀਏ ਉਹ ਵਕਤ ਕਿੰਨਾ ਸੁਹਾਵਣਾ ਹੈ। ਇਹ ਬਚਨ ਮਹਾਰਾਜ ਜੀ ਮੁਖੋਂ ਉਚਾਰਦੇ ਹਨ। ਵਿਚਰੇ ਉਚਰਤ ਇਸੀ ਪ੍ਰਕਾਰਾ ਏਦਾਂ ਮਹਾਰਾਜ ਜੀ ਵਿਚਰਦਿਆਂ ਕਈ ਵਾਰ ਆਪਣੇ ਮੁਖੋਂ ਉਚਾਰਦੇ, ਤੇਰਾ ਨਾਮ ਸੁਹਾਵਾ ਵਖਤ ਸੁਹਾਵਾ। ਕਈ ਵਾਰ ਕਦੇ ਕਦੇ ਮੌਜ ਆਉਂਦੀ ਤੇ ਉੱਚੀ ਉੱਚੀ ਗਾਣ ਲੱਗ ਪੈਂਦੇ, ਤੇਰਾ ਨਾਮ ਸੁਹਾਵਾ ਵਖਤ ਸੁਹਾਵਾ। ਹਾਂਜੀ, ਮਸਤਕ ਦਿਪੇ ਤੇਜ ਅਤ ਭਾਰਾ ਚਿਹਰੇ ਤੇ ਲਾਲੀ ਹੈ, ਮੱਥੇ ਤੇ ਤੇਜ ਪ੍ਰਕਾਸ਼ ਰਿਹਾ। ਸੁਨ ਸੁਨ ਸਿਫਤ ਆਏ ਨਰ ਪੂਰੰ ਬੇਅੰਤ ਨਰਾਂ ਦੀ ਭੀੜ ਸੁਣ ਸੁਣ ਕੇ ਆਉਂਦੀ ਦਰਸ਼ਨਾਂ ਨੂੰ। ਦਰਸ਼ਨ ਦੇਖੇ ਰਹੇ ਹਦੂਰੰ ਗੁਰੂ ਸਾਹਿਬ ਦੇ ਚਰਨਾਂ 'ਚ ਰਹਿ ਕੇ ਦਰਸ਼ਨ ਕਰਦੇ। ਜੋ ਨਰ ਆਏ ਚਰਨ ਲਪਟਾਵੇ ਜਿਹੜਾ ਆ ਕੇ ਗੁਰੂ ਚਰਨਾਂ ਨੂੰ ਨਮਸਕਾਰ ਕਰਦਾ 300 ਅਸ ਪ੍ਰਭ ਬਚਨੀ ਅਲਾਵੇ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ। ਬਸ ਕਰ ਪੁਰਖਾ ਭਲਾ ਸੋਈ ਜਿਹੜਾ ਕੋਈ ਆ ਕੇ ਚਰਨਾਂ ਨੂੰ ਲਪਟ ਜਾਂਦਾ ਨਾ, ਕਈ ਵਾਰੀ ਕਈ ਇਹੋ ਜਿਹੇ ਸੱਜਣ ਆਉਂਦੇ ਉਹ ਛੱਡਦੇ ਹੀ ਨਹੀਂ ਚਰਨ ਸਤਿਗੁਰਾਂ ਦੇ। ਮਹਾਰਾਜ ਜੀ ਕਹਿੰਦੇ ਬਸ ਕਰ ਪੁਰਖਾ ਭਲਾ ਸੋ ਹੋਈ, ਤੇਰਾ ਭਲਾ ਹੋਵੇ। ਸਿਮਰੋ ਨਾਮ ਸਕਲ ਦੁਖ ਖੋਈ ਨਾਮ ਸਿਮਰਿਆ ਕਰੋ ਤੁਹਾਡੇ ਦੁੱਖ ਦੂਰ ਹੋਣਗੇ। ਕੇਤਕ ਦਿਨ ਇਉ ਗੁਰੂ ਗੁਜ਼ਾਰੇ ਤਾਂ ਕੁਝ ਦਿਨ ਸਤਿਗੁਰਾਂ ਨੇ ਬਤੀਤ ਕੀਤੇ। ਕਲ ਮੈਂ ਨਾਮ ਦਏ ਨਰ ਤਾਰੇ ਜਿਨ੍ਹਾਂ ਨੇ ਨਾਮ ਦੇ ਕੇ ਕਲਯੁਗ ਦੇ ਜੀਵਾਂ ਨੂੰ ਤਾਰਿਆ। ਦਰਸ਼ਨ ਦੇਖਤ ਸ਼ਬਦ ਸੁਨੰਤੇ ਮਹਾਪਤਿਤ ਸੇ ਜਗਤ ਤਰੰਤੇ। ਸਤਿਗੁਰਾਂ ਦੇ ਦਰਸ਼ਨ ਕਰਦੇ, ਮਹਾਰਾਜ ਜੀ ਦੇ ਸ਼ਬਦ ਸੁਣਦੇ ਤੇ ਮਹਾਪਤਿਤ ਪ੍ਰਾਣੀ ਵੀ ਇਸ ਜਗਤ ਤੋਂ ਤਰ ਰਹੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਭਾਰੀ ਕਰੀ ਤਪੱਸਿਆ, ਐਸੀ ਵੱਡੀ ਭਾਰੀ ਤਪੱਸਿਆ ਕਰ ਰਹੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਥਾ ਅਕਥ ਹੈ, ਕਹਿਣ ਕਥਨ ਤੋਂ ਪਰੇ ਹੈ। ਗੁਰੂ ਕਥਾ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ। ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸੁਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਕਥਾ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਸਮਾਪਤੀ ਵੱਲ ਆ ਰਹੀ ਹੈ। ਅਗਲੇ ਮਹੀਨੇ 7 ਅਗਸਤ ਦਿਨ ਐਤਵਾਰ ਨੂੰ ਸਤਿਗੁਰਾਂ ਦੀ ਇਸ ਪਾਵਨ ਅੰਮ੍ਰਿਤਮਈ ਕਥਾ ਦੇ ਮਹਾਯੱਗ ਦਾ ਭੋਗ ਪਾਇਆ ਜਾਏਗਾ। ਆਪ ਸਾਰੀਆਂ ਸੰਗਤਾਂ ਨੇ, ਜਿੰਨੇ ਵੀ ਮਾਈ ਭਾਈ ਇਸ ਕਥਾ ਨੂੰ, ਚਾਹੇ ਕੋਈ ਇੰਟਰਨੈਟ ਦੇ ਰਾਹੀਂ ਸੁਣਦਾ ਹੈ, ਚਾਹੇ ਕੋਈ ਟੀਵੀ ਰਾਹੀਂ ਸੁਣਦਾ ਹੈ, ਪਟਿਆਲੇ ਸ਼ਹਿਰ ਦੀਆਂ ਜਿਤਨੀਆਂ ਜਥੇਬੰਦੀਆਂ ਸੰਗਤਾਂ ਹਨ, ਸਭ ਨੇ 7 ਅਗਸਤ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਾਮ ਨੂੰ 5:15 ਤੋਂ 7:15 ਵਜੇ ਤੱਕ, 5:15 ਤੋਂ 6:15 ਵਜੇ ਤੱਕ ਕਥਾ ਦੇ ਇਸੇ ਸਮੇਂ ਸਮਾਪਤੀ ਹੋਵੇਗੀ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਔਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ ਹੇ ਪੂਰਨ ਹੈ ਸਰਬਮੈ, ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ, ਕੇ ਸਦਾ ਬਬੇਕ ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ ਹੇ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰਾਖੋਈਐ ਪਰੋਏ ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ, ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰਨਿਆਰ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰਨਿਆਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ।